आ हैगा जी कांग्रेस का मैनीफेस्टो 2019 का, जो इस बार फिर बीजेपी की सरकार बनी है। 2019 का मैनीफेस्टो, राहुल गांधी की फोटो पड़ी हुई है। लोक सभा इलैक्शन, इंडियन नेशनल कांग्रेस। हुण इहदे दे की इन्हां दे प्रोविजन सी, की इन्हां ने करना सी, आ देखो मैं तुहानूं दिखाउणा। जो अज एक्ट बनिया, जो अज बीजेपी ने एक्ट बनिया, कांग्रेस ने अपने मैनीफेस्टो दे विच इह गल कही सी। की गल कही सी? एसेंशियल कमोडिटीज एक्ट जिहड़ा बीजेपी ने यह रद्द किया, इस एक्ट दे विच कांग्रेस की कहती है, द एसेंशियल कमोडिटीज एक्ट 1955 belongs to the age of controls. Congress promised to replace the act by enabling law that can be invoked only in the case of emergency. कांग्रेस की कहती कि essential commodities act ਅਸੀਂ ਜਦੋਂ ਸਾਡੀ ਸਰਕਾਰ ਆਊਗੀ, ਅਸੀਂ essential commodities act ਰੱਦ ਕਰਾਂਗੇ, ਜੋ ਅੱਜ ਇਸ ਐਕਟ ਦੇ ਵਿੱਚ बीजेपी ने किया। ये अपने मैनीफेस्टो ਦੇ ਵਿੱਚ ਕਿਹਾ ਕਾਂਗਰਸ ਨੇ। ਆ ਤੁਸੀਂ ਰਾਹੁਲ ਗਾਂਧੀ ਦਾ ਚਿਹਰਾ ਤੁਸੀਂ ਦੇਖ ਲਿਆ ਕਿ ਕਿਵੇਂ ਭੱਜ ਜਾਣਗੇ, ਕਿੱਥੋਂ ਭੱਜਣਗੇ। अपने मैनीफेस्टो ਦੇ ਵਿੱਚ ਇਹ ਕਹਿ ਚੁੱਕੇ ਨੇ। ਇੱਥੇ ਨਹੀਂ ਰੁਕੇ ਇਹ। ਉਦੋਂ ਬਾਅਦ 11 ਨੰਬਰ ਪੁਆਇੰਟ, ਕਾਂਗਰਸ will repeal the agriculture produce market act and make trade in agriculture produce including exports and interstate trade free from all restrictions। ਇਹਦਾ ਮਤਲਬ ਕੀ ਹੈ? ਜੋ ਇਹਨਾਂ ਨੇ ਕਿਹਾ ਕਿ ਜਿਹੜਾ ਐਗਰੀਕਲਚਰ ਪ੍ਰੋਡਿਊਸ ਜਿਹੜਾ ਹੈਗੀ ਹੈ, ਉਹਨੂੰ ਤੁਸੀਂ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵੇਚ ਸਕਦਾ, ਜੋ ਇਸ ਐਕਟ ਦੇ ਵਿੱਚ ਬੀਜੇਪੀ ਨੇ ਕੀਤਾ, ਤੇ ਤੁਸੀਂ ਜਿੰਨਾ ਮਰਜ਼ੀ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ, ਜੋ ਮਰਜ਼ੀ ਇੱਥੇ ਆ ਕੇ ਖਰੀਦ ਸਕਦਾ, ਪ੍ਰਾਈਵੇਟ ਪਲੇਅਰ ਵੀ ਆ ਕੇ ਖਰੀਦ ਸਕਦਾ। ਜੋ ਬੀਜੇਪੀ ਨੇ ਇਸ ਐਕਟ 'ਚ ਕੀਤਾ, ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਆਲਰੇਡੀ 2019 ਦੇ ਵਿੱਚ ਮੈਂਸ਼ਨਡ ਨੇ। ਇਹ ਕਿਵੇਂ ਭੱਜ ਜਾਣਗੇ ਕਾਂਗਰਸੀ? ਆ ਸਾਰੇ जो ਅਸੀਂ ਤੁਹਾਡੇ ਇਹ ਜਿਹੜੇ ਬਹਰੂਪੀ ਦਾ ਪਰਦਾਫਾਸ਼ ਕਰਨਾ ਹੈ, ਉਹ ਤੁਹਾਨੂੰ ਅਸੀਂ ਕੱਲਾ ਕੱਲਾ ਅਸੀਂ ਪੇਸ਼ ਕਰਾਂਗੇ ਕਿ ਕਿਹੜਾ ਬੰਦਾ ਹਰੀ ਪੱਗ ਬੰਨ੍ਹ ਕੇ ਆਉਂਦਾ ਚੱਕੀ ਫੜਦਾ ਕਿਸਾਨੀ ਦੀ ਤੇ ਪੋਸਟ ਲਾਉਂਦਾ ਝਾੜੂ ਦੀ, ਮੀਟਿੰਗਾਂ ਕਰਦਾ ਝਾੜੂ ਨਾਲ ਜਾ ਕੇ। ਕੀ ਇਹ ਕਿਸਾਨ ਨੇ? ਐਕਟ ਬਣਿਆ, ਐਕਟ ਜਦੋਂ ਬਣਿਆ ਅੱਜ ਤੋਂ 2 ਸਾਲ ਪਹਿਲਾਂ ਗੱਲ ਸ਼ੁਰੂ ਹੋ ਗਈ ਸੀ ਇਸ ਐਕਟ ਦੀ, ਤੇ ਇਸ ਐਕਟ ਬਣਾਉਣ ਦੀ ਜਿਹੜੀ ਕਮੇਟੀ ਬਣੀ ਸੀ, ਧਿਆਨ ਨਾਲ ਸੁਣਨ ਵਾਲੀ ਗੱਲ, ਇਹ ਕਮੇਟੀ ਦੇ ਜੋ ਮੈਂਬਰ ਸੀ, ਇਸ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਸੀਗੇ। ਜਦੋਂ ਬਿੱਲ ਬਣਨਾ ਸੀ, ਕੇਜਰੀਵਾਲ ਸੀ ਮੁੱਖ ਮੰਤਰੀ, ਇਸ ਕਮੇਟੀ ਦੇ ਮੈਂਬਰ ਸੀਗੇ। ਦੇਸ਼ ਦੁਨੀਆ ਚੈਨਲ ਉੱਤੇ ਤੁਸੀਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਹਨਾਂ ਦੇ ਸੁਪੁੱਤਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਵਾਲਿਆਂ ਦੀਆਂ ਤਸਵੀਰਾਂ ਤਾਂ ਦੇਖ ਹੀ ਚੁੱਕੇ ਹੋ, ਜਿਨ੍ਹਾਂ ਨੂੰ ਦੋਵਾਂ ਨੇ ਬਹਿਰੂਪੀਏ ਕਿਹਾ। ਹੁਣ ਤੁਹਾਨੂੰ ਪੂਰੀ ਪ੍ਰੈਸ ਕਾਨਫਰੰਸ ਦਿਖਾਉਂਦੇ ਹਾਂ, ਸੁਣੋ ਉਸ ਵਿੱਚ ਉਹਨਾਂ ਕਿਹੜੇ-ਕਿਹੜੇ ਹੋਰ ਮੁੱਦਿਆਂ ਨੂੰ ਛੇੜਿਆ। ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਜੋ 1 ਤਰੀਕ ਨੂੰ ਸਾਡੀ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੀ ਕਾਨਫਰੰਸ ਮੱਤੇ ਵਾਲੇ ਹੋਈ ਸੀ। ਉਹਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਲੋਕਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਅਸੀਂ ਪਰਦਾਫਾਸ਼ ਕਰਨ ਲੱਗੇ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਮਨ ਦਾ ਪੁਜਾਰੀ ਰਿਹਾ। ਅਸੀਂ ਤਾਂ ਗੁਰੂਆਂ ਦੇ ਦੱਸੇ ਸਿਧਾਂਤ ਤੇ ਚੱਲਣ ਵਾਲੀ ਸਾਡੀ ਪਾਰਟੀ ਹੈ ਕਿ ਸਰਬੱਤ ਦਾ ਭਲਾ, ਨਾ ਸਾਡੇ ਮਨ 'ਚ ਕੋਈ ਨਫ਼ਰਤ, ਨਾ ਸਾਡੇ ਮਨ ਦੇ ਵਿੱਚ ਕੋਈ ਈਰਖਾ ਹੈ। ਅਸੀਂ ਕਿਸੇ ਨੂੰ ਵੀ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ, ਲੇਕਿਨ ਸਮੇਂ ਦੇ ਉੱਤੇ ਬਹੁਤ ਸਾਰੇ ਕੁਝ ਸ਼ਰਾਰਤੀ ਲੋਕ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ। ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ, ਪੰਜਾਬ ਦੇ ਵਿੱਚ ਸ਼ਾਂਤੀ ਰਹੇ, ਪੰਜਾਬ ਤਰੱਕੀ ਕਰੇ। ਨਾ ਕਿਤੇ ਹਿੰਦੂ ਸਿੱਖ ਦੀ ਲੜਾਈ ਚਾਹੁੰਦੇ ਹਾਂ, ਨਾ ਕਿਸੇ ਹੋਰ ਧਰਮਾਂ ਦੀ ਅਸੀਂ ਲੜਾਈ ਚਾਹੁੰਦੇ ਹਾਂ। ਅਸੀਂ ਹਰੇਕ ਧਰਮ ਦਾ ਵੀ ਸਤਿਕਾਰ ਕਰਦੇ ਹਾਂ। ਲੇਕਿਨ ਦੁੱਖ ਦੀ ਗੱਲ ਹੈ, ਜਦੋਂ ਦਾ ਆਮ ਆਦਮੀ ਪਾਰਟੀ ਕੇਜਰੀਵਾਲ ਇਹਨੇ ਪੰਜਾਬ ਦੀ ਧਰਤੀ ਦੇ ਆ ਕੇ ਪੈਰ ਰੱਖਿਆ, ਉਹ ਤੋਂ ਪੰਜਾਬ ਦਾ ਮਾਹੌਲ ਬਿਲਕੁਲ ਖਰਾਬ ਹੁੰਦਾ ਜਾ ਰਿਹਾ। ਜਿਹੜੇ ਪਿੱਛੇ ਵੀ ਜੋ ਹਾਲਾਤ ਹੋਏ ਨੇ, ਉਹਨਾਂ ਹਾਲਾਤਾਂ ਦੇ ਵਿੱਚ ਵੀ
ਕੇਜਰੀਵਾਲ ਜੋ ਪੰਜਾਬ ਨੂੰ ਅੱਗ ਲਾ ਸਕਦਾ ਸੀ ਲਾਉਣ ਦੀ ਕੋਸ਼ਿਸ਼ ਕੀਤੀ। 1913 ਤੋਂ ਲੈ ਕੇ ਅੱਜ ਤੱਕ, 2013 ਤੋਂ ਲੈ ਕੇ ਅੱਜ ਤੱਕ ਉਹਨੇ ਜੋ ਘਟਨਾਵਾਂ ਜੋ ਪੰਜਾਬ ਦੇ ਵਿੱਚ ਬੀਤੀਆਂ, ਇਹ ਕਦੇ ਵੀ ਆਮ ਆਦਮੀ ਦੀ ਪਾਰਟੀ ਦੇ ਪੰਜਾਬ ਚ ਆਉਣ ਤੋਂ ਪਹਿਲਾਂ ਇਹ ਜਿਹੀਆਂ ਘਟਨਾਵਾਂ ਨਹੀਂ ਸੀ ਬੀਤੀਆਂ। ਹੁਣ ਵੀ ਇਹ ਬੰਦਾ ਦਿੱਲੀ ਤੋਂ ਇਹੋ ਜਿਹੀਆਂ ਚਾਲਾਂ ਚੱਲਦਾ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਅੱਗ ਲੱਗ ਜਾਵੇ। ਜਿਹੜੀਆਂ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ BSP ਹੈ, ਚਾਹੇ ਕੋਈ ਹੋਰ ਹੈ, ਇਹ ਪਾਰਟੀ ਨੂੰ ਮੈਂ ਦੱਬ ਕੇ ਬਦਨਾਮ ਕਰਾਂ ਤੇ ਫਿਰ ਮੈਂ ਕਹਾਂ ਕਿ ਮੈਂ ਸਹੀ ਹਾਂ, ਇਹ ਗਲਤ। ਅਸੀਂ ਵੀ ਇਹ ਚਾਲਾਂ ਸਮਝ ਗਏ। ਤੁਸੀਂ ਪਿੱਛੇ ਜੇ ਦੇਖਿਆ, ਜਿਹੜਾ ਆਪਣੇ ਪੰਜਾਬ ਦਾ ਵੱਡਾ ਦਰਦ ਕਹਾਉਂਦਾ ਹੈ, ਕਦੇ ਦਾ ਪੰਜਾਬ ਦੇ ਝੋਨੇ ਦੀ ਪਰਾਲੀ ਤੇ ਇਤਰਾਜ਼ ਕਰਦਾ ਕਿ ਪੰਜਾਬ ਦੇ ਝੋਨੇ ਦੀ ਜਿਹੜੀ ਪਰਾਲੀ ਜਿਸ ਮੌਕੇ ਕਿਸਾਨ ਅੱਗ ਲਾਉਂਦਾ ਹੈ ਤਾਂ ਧੂਆਂ ਦਿੱਲੀ ਦੇ ਵਿੱਚ ਪਹੁੰਚਦਾ। ਠੀਕ ਹੈ, ਧੂਆਂ ਬੜਾ ਖਤਰਨਾਕ ਚੀਜ਼ ਹੈ, ਲੇਕਿਨ ਕਿਸਾਨ ਦੇ ਕੋਈ ਆਲਟਰਨੇਟਿਵ ਨਹੀਂ ਹੈ, ਇਹਦਾ ਕੋਈ ਬਦਲ ਨਹੀਂ ਹੈ। ਜਿੰਨੀ ਦੇਰ ਕਿਸਾਨ ਨੂੰ ਫਾਈਨੈਂਸ਼ੀਅਲ ਉਹਨਾਂ ਨੂੰ ਮਾਲੀ ਸਹਾਇਤਾ ਨਹੀਂ ਮਿਲਦੀ, ਉਨੀ ਦੇਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਹਟ ਨਹੀਂ ਸਕਦਾ। ਇਹ ਉਹਦੀ ਮਜਬੂਰੀ ਹੈ, ਲੇਕਿਨ ਕੇਜਰੀਵਾਲ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ। ਤੁਸੀਂ 3 ਮਹੀਨੇ ਪਹਿਲਾਂ ਦੇਖਿਆ ਕਿ ਉਹਨੇ ਪੰਜਾਬ ਦੇ ਜਿਹੜੇ ਥਰਮਲ ਪਲਾਂਟ ਸੀ ਉਹ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਥਰਮਲ ਪਲਾਂਟਾਂ ਦੇ ਵਿੱਚੋਂ ਧੂਆਂ ਨਿਕਲ ਕੇ ਦਿੱਲੀ ਦੇ ਵਿੱਚ ਆਉਂਦਾ। ਇਹ ਪਾਪੀ ਨੂੰ ਪੁੱਛਣ ਵਾਲਾ ਹੋਵੇ, ਧੂਆਂ ਤੇ ਦਿੱਲੀ ਦਾ ਹੋ ਸਕਦਾ, ਪੰਜਾਬ ਦਾ ਧੂਆਂ ਤਾਂ 10 ਕਿਲੋਮੀਟਰ 20 ਕਿਲੋਮੀਟਰ ਦਾ ਵੀ ਨਹੀਂ ਜਾਂਦਾ। ਕੇਵਲ ਤੇ ਕੇਵਲ ਪੰਜਾਬ ਨੂੰ ਬਦਨਾਮ ਕਰਦਾ। ਜਿਵੇਂ ਪਹਿਲਾਂ ਇਹਨੇ ਆ ਕੇ ਕਿਹਾ ਸੀ ਕਿ ਪੰਜਾਬ ਦੇ ਤਾਂ ਨਸ਼ੇੜੀ ਰਹਿੰਦੇ, ਪੰਜਾਬ ਅਮੀਰ ਪੁਸਤਿਆਂ ਦਾ ਬਣ ਗਿਆ। ਸੋ ਪ੍ਰੈਸ ਵਾਲੇ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਘਟਨਾਵਾਂ 1 ਤਰੀਕ ਨੂੰ ਮੱਤੇ ਵਾਲੀ ਰੈਲੀ ਦੇ ਵਿੱਚ ਹੋਈਆਂ, ਜਾਂ ਮੋਗੇ ਦੇ ਵਿੱਚ ਹੋਈਆਂ, ਜਾਂ ਸਮਰਾਲਾ ਦੇ ਵਿੱਚ ਹੋਈਆਂ, ਇਹ ਬੜੀਆਂ ਹੀ ਦਰਦਨਾਕ ਘਟਨਾਵਾਂ ਹੋਈਆਂ ਨੇ। ਅਸੀਂ ਜਿੱਥੇ ਦੀ ਨਿਖੇਧੀ ਕਰਦੇ ਹਾਂ, ਅਸੀਂ ਉੱਥੇ ਦੁਬਾਰਾ ਫਿਰ ਆਪਣੇ ਪਾਰਟੀ ਦੇ ਸੱਜਣਾਂ ਨੂੰ, ਆਮ ਲੋਕਾਂ ਨੂੰ ਇਹ ਸੱਦਾ ਦਿੰਦੇ ਹਾਂ ਕਿ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਾਂ ਆਪਸੀ ਭਾਈਚਾਰਾ ਖਰਾਬ ਨਹੀਂ ਕਰਨਾ, ਆਪਾਂ ਲਹੂ ਲਹਾਨ ਨਹੀਂ ਹੋਣ ਦੇਣਾ ਪੰਜਾਬ ਨੂੰ। ਇਹ ਤਾਂ ਚਾਹੁੰਦੇ ਨੇ ਕਿ ਪੰਜਾਬ ਲਹੂ ਲਹਾਨ ਹੋਵੇ। ਔਰ 1 ਤਰੀਕ ਨੂੰ ਪੰਜਾਬ ਦੀ ਪੁਲਿਸ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ, ਲੁਧਿਆਣੇ ਦੀ ਪੁਲਿਸ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ। ਅਸੀਂ ਪਹੁੰਚਣਾ ਸੀ 11:15 ਦੇ ਗੇੜ ਦੇ ਵਿੱਚ ਰੈਲੀ ਦੇ ਉੱਤੇ। ਅਸੀਂ 10 ਵਜੇ ਦਾ ਲੋਕਾਂ ਨੂੰ ਟਾਈਮ ਦਿੱਤਾ ਹੋਇਆ ਸੀ, ਲੇਕਿਨ ਘੁੰਮ ਘੁਮਾ ਕੇ ਸਾਨੂੰ 2:30 ਕਰਕੇ ਰੇਡ ਕੀਤਾ, ਰੂਟ ਬਦਲ ਕੇ। ਫਿਰ ਵੀ ਅਖੀਰ ਜਦੋਂ ਸਾਨੂੰ ਪਹੁੰਚਾਇਆ ਰੈਲੀ ਤੇ, ਸਾਨੂੰ ਉਸ ਜਗ੍ਹਾ ਤੇ ਜਾ ਕੇ ਖੜੇ ਕਰਤਾ ਜਿੱਥੇ ਉਹਨਾਂ ਦੇ ਮੂਹਰੇ ਇਹਨਾਂ ਲੋਕਾਂ ਨੇ, ਸ਼ਰਾਰਤੀ ਲੋਕਾਂ ਨੇ ਟਰਾਲੀਆਂ ਲਾਈਆਂ ਹੋਈਆਂ ਸੀ। ਇਹ ਸਾਨੂੰ ਪਤਾ ਕਿ ਸਾਡੇ ਵਰਕਰ, ਸਾਡੇ ਯੋਧੇ ਕਿਹੜੇ ਤਰੀਕੇ ਨਾਲ ਮੈਨੂੰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰੈਲੀ ਤੇ ਲੈ ਗਏ। ਔਰ ਇਹਦੇ ਪਿੱਛੇ ਜਿੱਥੇ ਆਮ ਆਦਮੀ ਦੇ ਵੱਡੇ ਪੱਧਰ ਤੇ ਇਹਨੇ ਵਿਰੋਧ ਕੀਤਾ, ਉੱਥੇ ਕਾਂਗਰਸ ਪਾਰਟੀ ਨੇ ਵੀ ਪਿੱਛੇ ਨਹੀਂ ਹੱਥ ਰੱਖਿਆ, ਉਹਨੇ ਵੀ ਆਪਣੇ ਬੰਦੇ ਭੇਜੇ। ਮੈਂ ਇੱਕੋ ਹੀ ਅਪੀਲ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਕਿ ਸੱਜਣੋ, ਇਹਨਾਂ ਦੋਨਾਂ ਪਾਰਟੀਆਂ ਦੇ ਪੈਰ ਪੰਜਾਬ ਦੀ ਧਰਤੀ ਤੋਂ ਹਿੱਲ ਚੁੱਕੇ ਨੇ। ਇਹ ਦੋਨਾਂ ਪਾਰਟੀਆਂ ਨੂੰ ਹੁਣ ਲੋਕਾਂ ਨੇ ਨਕਾਰ ਦਿੱਤਾ। ਸਾਡੀਆਂ ਰੈਲੀਆਂ ਦੇਖ ਕੇ, ਲੋਕਾਂ ਦੇ ਇਕੱਠ ਦੇਖ ਕੇ ਇਹ ਦੋਨੋਂ ਪਾਰਟੀਆਂ ਹਿੱਲ ਚੁੱਕੀਆਂ ਨੇ। ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ, ਆਪਣੇ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਆਪਸੀ ਭਾਈਚਾਰਾ ਨਹੀਂ ਛੱਡਣਾ, ਆਪਸੀ ਸਾਂਝਾ ਨਹੀਂ ਛੱਡਣੀਆਂ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਰਾਜ ਭਾਗ ਦਾ ਦੂਰ ਦੀਆਂ ਗੱਲਾਂ ਨੇ। ਰਾਜ ਭਾਗ ਦਾ ਪਹਿਲਾਂ ਵੀ ਹੁੰਦਾ ਹੈ, ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ। ਅਸੀਂ ਪੰਜਾਬ 'ਚ ਜੰਮੇ ਹਾਂ, ਪੰਜਾਬ 'ਚ ਪਲੇ ਹਾਂ, ਪੰਜਾਬ 'ਚ ਰਹਿਣਾ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਇਹਨਾਂ ਲੋਕਾਂ ਨੂੰ ਇਸ਼ਾਰਾ ਮਿਲਦਾ ਦਿੱਲੀ ਤੋਂ
ये जो दिल्ली वाले कहेंगे उन्होंने मुताबिक चलेंगे, चाहे कांग्रेस है, चाहे आम पार्टी है, चाहे भारतीय जनता पार्टी है। सो मैं समझदा कि इसे तरीके माहौल खराब कर लगे तो जो साडा किसान अंदोलन है उन्होंने बदनाम कर लगे हुए हैं। असी किसान अंदोलन का दब के सत्कार करते हैं। साडी पार्टी का बच्चा बच्चा किसान अंदोलन के नाल खड़ा। खुद मेरा बेटा भी 7 रातां उत्थे कट के आया किसान अंदोलन के विच। कहां भी असीं किसान अंदोलन के नाल खड़े हैं। किसान अंदोलन का हरेक हुक्म असीं मनण नूं तैयार हां। नंगे पैरी जिथे कहेंगे उन्होंने लीडरां दे नाल जवाब देने वास्ते, उन्होंने मीटिंगां वास्ते असीं नंगे पैरी जाण नूं तैयार हैं। लेकिन जिवें मैं किसान लीडरां का धन्यवाद भी करदा, सारे लीडरां ने ये बयान भी दिते ने कि जिहड़े लोग शरारती लोग आके कोई किसानी दी झंडियां लैके पंजाब के माहौल को खराब करना चाहदियां ने, वो ये हालात ना बन दे। सो मैं बेनती करनी चाहना कि जिथे किसान अंदोलन असीं सत्कार करते हैं तो कीता ਉਹਦੀ खातिर जोड़, क्योंकि असीं तो आप किसान किते ਇਹੋ ਜਿਹਾ हालात ना बन जाए पंजाब दे विच कि गवर्नी राज लग जाए। जे गवर्नी राज पंजाब दे विच लग गया, सिद्ध सीधी बीजेपी की मदद है। बीजेपी नहीं चाहती कि पंजाब से चोणां होण, बीजेपी नहीं चाहती कि किसान अंदोलन कामयाब होवे। सो मैं समझदा देखियो कि मैं अपने पार्टी के बाकी सारी पार्टियां के आम लोगों को अपील करदा कि पंजाब के माहौल को शांत बना के रखो, आपसी भाईचारे तले ना पैन दवो। देखियो कि तुहाडे इन्ने लहू लहान के नाल, इन्ने गुस्से के नाल किते गवानी राज ना लग जाए, फिर जिहड़ा किसानी रोल के रख देंगे। ये मेरी अपील है। सो जिहड़ियां तुसीं अज आ सारे जो असीं करदे इह जिहड़े बहरूपी पर्दाफाश करना है, वो तुहानूं असीं कल्ला कल्ला असीं पेश करांगे कि किहड़ा बंदा हरी पग बन के आउंदा चिट्ठी फड़दा किसानी दी ते पोस्ट लाउंदा झाड़ू दी, मीटिंगां करदा झाड़ू लैके। कि ये किसान ने? ये किसान नहीं। मैं इन्हां पापियां नूं बेनती करनी चाहुंदा कि तुसीं किसानां नूं बेचारिआं नूं बदनाम ना करो। किसान तो सवेर तो लैके शाम तक 10 ना होती किरत कमाई करके पंजाब के हिंदुस्तान के लोगों का पेट भरता है। ये बहरूपीए यह शक्ल दिखा के किसानी अंदोलन ढाल लाउण लगे हुए। इन्हां तो मैं तुहानूं भी प्रेस नूं बेनती करदा कि तुसीं भी सचेत रहो। यह रंग बिरंगे लोगों दी मैं समझना खबरां नहीं रखनियां चाहिए, क्योंकि पंजाब के लोग पंजाब ने बड़ा संताप पकाया पहला कि दोबारा फिर पंजाब उस भट्ठी के विच ना पै जाए। ये चाहते हैं उसी भट्ठी के विच पंजाब नूं पाउणा। सो मैं बेनती करदा प्रेस वाले वीरां नूं भी कि किरपा करके सही नूं सही, गलत नूं गलत दस्सण की कोशिश करो। असीं अपने कामयाब होए हैं उस रैली दे विच शांति का माहौल रखने वास्ते। जिहड़े तरीके नाल इन्हां ने बगाड़न की कोशिश की सी, लहू लहान हो सकता सी, लेकिन असीं अपने वर्करां दा एक तिरज नामी नुकसान नहीं होना देना चाहते। सो मैं अपने बेटे सिमरजीत को कहना कि तुहानूं सारी डिटेल इहदे विच दिखा दे। सब तो पहले मैं धन्यवाद करता आप सब का प्रेस वाले वीरों का इत्थे पहुंचण दे। जिहड़ा साडा अज दा जो मंतव है जिस लिए आप अज इकट्ठे हुए हैं, जो 1 तरीक नूं जो कल पंजाब की मुहिम दे अधीन सरदार सुखबीर सिंह बादल जी जो सामने हल्के दे विच आए सी, बड़ा ही कामयाब समागम रहा। समुचा दिन बड़ा वड्डा सानूं उत्साह संगत तो मिला। सवेरे 9 बजे तो लैके रात के 10:30 बजे तक मीटिंगां चलियां, बहुत इकट्ठ होया, पूरे इलाके दे विचों लोग पहुंचे। पर इस दौरान कुछ कांग्रेस पार्टी के बंदे ते कुछ आम आदमी पार्टी के बंदे उन्होंने पहला मीटिंग की साढ़े 1 तरीक के प्रोग्राम तो पहला इकट्ठे हो गए कि किसी ना किसी तरीके साढ़े इस काम जो प्रोग्राम है ये उन्होंने खलल पानी है, वो विघन पाना है।
ਸਾਨੂੰ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਦੀ ਮੀਟਿੰਗਾਂ ਕਿੱਥੇ ਹੋਈਆਂ, ਸਭ ਕੁਝ ਕਿਵੇਂ ਉਹਨਾਂ ਨੇ ਇਕੱਠੇ ਪਲਾਨ ਕੀਤਾ। ਤੇ ਉਹ ਸਵੇਰੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਹੀ ਉਹਨਾਂ ਨੇ ਸ਼ੁਰੂ ਕਰਤੇ। ਉਹੀ ਟੋਲਾ 15 20 ਜਾਣਿਆਂ ਦਾ ਵਾਰੀ ਜਿੱਥੇ ਜਿੱਥੇ ਅਸੀਂ ਜਾਂਦੇ ਸੀ ਉੱਥੇ ਮਗਰ ਉੱਥੇ ਉਹ ਪਹੁੰਚਦੇ ਰਹੇ। ਉਹਨਾਂ ਜਦੋਂ ਅਸੀਂ ਰੈਲੀ ਤੇ ਪਹੁੰਚੇ, ਉੱਥੇ ਵੀ ਬਾਹਰ ਉਹਨਾਂ ਨੇ ਬਹੁਤ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਬਹੁਤ ਕੋਸ਼ਿਸ਼ ਕਰਕੇ ਮਿੰਨਤਾਂ ਕਰਨੇ ਕਰਕੇ ਆਪਣੇ ਮੁੱਦਿਆਂ ਨੂੰ, ਸਾਰੇ ਜੋ ਯੂਥ ਸੀ ਉਹਨਾਂ ਨੂੰ ਸਭ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਾਂ ਲੜਾਈ ਝਗੜਾ ਨਹੀਂ ਕਰਨਾ। ਇਹੀ ਕਰਨਾ ਚਾਹੁੰਦੇ ਆ ਵੀ ਜਦੋਂ ਲੜਾਈ ਝਗੜਾ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜੀ ਹਾਈਲਾਈਟ ਹੋਣੀਆਂ ਗੱਲਾਂ ਇਹੀ ਹੋਣੀਆਂ ਨੇ ਵੀ ਜਿਹੜਾ ਆਪਣਾ ਹਜ਼ਾਰਾਂ ਦੀ ਗਿਣਤੀ ਜਿਹੜਾ ਇਕੱਠ ਪਹੁੰਚਿਆ ਵੀ ਉਹਨੂੰ ਇਹ ਨਹੀਂ ਚਾਹੁੰਦੇ ਵੀ ਹਾਈਲਾਈਟ ਹੋਵੇ। ਹੁਣ ਅਸੀਂ 2 ਦਿਨ ਦਾ ਸਮਾਂ ਲਿਆ। 1 ਤਰੀਕ ਤੋਂ ਬਾਅਦ ਅਸੀਂ ਦੇਖਿਆ ਵੀ ਬੰਦੇ ਕੌਣ ਸੀ। ਸਾਨੂੰ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਫਲਾਣਾ ਬੰਦਾ ਇਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ, ਇਹ ਫਲਾਣਾ ਬੰਦਾ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ। ਪਰ ਅਸੀਂ ਚਾਹੁੰਦੇ ਸੀ ਕਿ ਜਦੋਂ ਅਸੀਂ ਤੁਹਾਡੇ ਰੂਬਰੂ ਹੋਣਾ ਤਾਂ ਅਸੀਂ ਵਿਦ ਪ੍ਰੂਫ ਤੁਹਾਡੇ ਅੱਗੇ ਆਈਏ, ਤਾਂ ਕਿ ਤੁਹਾਨੂੰ ਜੋ ਅਸੀਂ ਕਹੀਏ ਤੁਹਾਨੂੰ ਪਤਾ ਹੋਵੇ ਕਿ ਇਹ ਸੱਚ ਹੈ ਜਾਂ ਝੂਠ ਹੈ। ਸੋ ਤੁਹਾਡੇ ਸਾਹਮਣੇ ਅਸੀਂ ਵਿਦ ਪ੍ਰੂਫ ਅੱਜ ਕੁਝ ਬੰਦਿਆਂ ਨੇ ਤੁਹਾਨੂੰ ਅੱਜ ਚਿਹਰੇ ਵੀ ਬੇਨਕਾਬ ਕਰਨੇ ਨੇ, ਉਹਨਾਂ ਦਾ ਪਰਦਾਫਾਸ਼ ਕਰਨਾ ਜਿਹੜੇ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ। ਲਿਸਟ ਬਹੁਤ ਲੰਬੀ ਹੈ ਪਰ ਕਿਉਂਕਿ ਤੁਹਾਡਾ ਵੀ ਸਮਾਂ ਬਹੁਤ ਕੀਮਤੀ ਹੈ, ਕਿੰਨੇ ਕੁ ਬੰਦਿਆਂ ਨੂੰ ਅਸੀਂ ਇਹ 50 ਦੇ ਨੇੜੇ ਬੰਦੇ ਨੇ ਜਿਨ੍ਹਾਂ ਦੇ ਅਸੀਂ ਡਿਬੇਟ ਕੀਤੇ ਨੇ। ਅੱਜ ਤੁਹਾਨੂੰ ਅਸੀਂ 8 ਜਾਂ 9 ਬੰਦਿਆਂ ਦੇ ਤੁਹਾਨੂੰ ਅਸੀਂ ਚਿਹਰੇ ਦਿਖਾਉਣੇ ਨੇ, ਪਰ ਬਾਕੀ ਚਿਹਰੇ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਤੱਕ ਅਸੀਂ ਦਿਖਾ ਦਾਂਗੇ। ਨਾਲੇ ਤੁਹਾਨੂੰ ਲਿਸਟ ਵੀ ਦਵਾਂਗੇ ਵੀ ਕਿਹੜੇ ਪਿੰਡ ਦਾ ਬੰਦਾ ਕਿਹੜੀ ਪਾਰਟੀ ਨਾਲ ਜੁੜਿਆ ਹੈ। ਹੁਣ ਮੈਂ ਤੁਹਾਨੂੰ ਕਦੇ ਜੋ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਕਿਸਾਨ ਦੇ ਭੇਸ ਚ ਆਏ ਸੀ, ਇਹ ਗੱਲ ਨੋਟ ਕਰਨ ਵਾਲੀ ਹੈ। ਜਿਹੜੇ ਹਰੀਆਂ ਪੱਗਾਂ ਬੰਨ੍ਹ ਕੇ ਜਾਂ ਜਿਹੜੇ ਘਰ ਦੇ ਵਿੱਚ ਹਰੇ ਪਰਨੇ ਪਾ ਕੇ ਜਿਹੜੇ ਉੱਥੇ ਪਹੁੰਚੇ ਸੀ, ਉਹ ਤੁਹਾਨੂੰ ਅਸੀਂ ਦਿਖਾਵਾਂਗੇ। ਕਿਰਪਾ ਕਰਕੇ ਜੱਜ ਤੁਸੀਂ ਕਰਨਾ, ਅਸੀਂ ਤੁਹਾਨੂੰ ਪ੍ਰੂਫ ਵੀ ਕਰਨਾ, ਚਾਹੇ ਤੁਸੀਂ ਵੈਰੀਫਾਈ ਵੀ ਕਰ ਲਈ ਜਾਵੇ ਇਹਦੇ ਵਿੱਚ। ਸੋ ਮੈਂ ਬੇਨਤੀ ਕਰੂੰਗਾ ਆਪਣੀ ਜੋ ਟੀਮ ਨੂੰ ਕਿ ਤੁਸੀਂ ਇਹਨਾਂ ਨੂੰ ਆਪਾਂ ਆਪਾਂ ਦਿਖਾਉਣਾ। ਕਿਰਪਾ ਕਰਕੇ ਕੈਮਰੇ ਆਪਣੇ ਤੁਸੀਂ ਇੱਧਰ ਕਰੋ ਵੀ ਉਹਨਾਂ ਦਾ ਅਸੀਂ ਅੱਜ ਪਰਦਾਫਾਸ਼ ਕਰ ਲਈਏ। ਕਰਿਓ ਜੀ। ਇਹ ਹੈਗਾ ਜੀ ਦਿਲਬਾਗ ਸਿੰਘ ਇਹ ਗੌਤਮ ਕਲੋਨੀ ਦੇ ਵਿੱਚ ਰਹਿੰਦਾ ਹੈ। ਇਹ ਕਿਸਾਨ ਦੇ ਭੇਸ ਦੇ ਵਿੱਚ ਹਰੀ ਪੱਗ ਬੰਨੀ ਹੋਈ ਹੈ, ਹਰਾ ਪਰਨਾ ਪਾਇਆ ਹੋਇਆ। ਇਹ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੂੰ ਕਿਹੜੀ ਪਾਰਟੀ ਨੂੰ ਸੰਬੰਧ ਰੱਖਦਾ, ਇਹ ਕਹਿੰਦਾ ਜੀ ਮੈਂ ਤਾਂ ਇੱਕ ਕਿਸਾਨ ਹਾਂ, ਮੈਂ ਤਾਂ ਆਮ ਬੰਦਾ। ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦਾ ਆਈ ਦਿਲਬਾਗ ਸਿੰਘ ਜੋ ਵਿਕਰਮ ਬਾਜਵਾ ਜਿਹਨੇ 2012 ਦੇ ਵਿੱਚ ਇਲੈਕਸ਼ਨ ਲੜੀ ਸੀ, ਜੋ ਸਾਹਮਣੇ ਤੋਂ ਜੋ 22,000 ਵੋਟਾਂ ਦੇ ਨੇੜੇ ਉਹ ਹਾਰੇ ਸੀ, ਤੇ ਅੱਜ ਵੀ ਇਹ ਸਾਹਮਣੇ ਵਾਲੇ ਹਲਕੇ ਤੋਂ ਟਿਕਟ ਭਾਲ ਰਹੇ ਨੇ, ਉਹਨਾਂ ਨਾਲ ਬੈਠੇ ਨੇ ਤੇ ਇੱਥੇ ਉਹਨਾਂ ਦਾ ਸਨਮਾਨ ਕਰ ਰਹੇ ਨੇ। ਆਈ ਦਿਲਬਾਗ ਸਿੰਘ ਉੱਥੇ ਖੜਾ ਹਰੇ ਰੰਗ ਬੰਨੇ, ਇੱਥੇ ਪੀਲੀ ਪੱਗ ਦੇ ਵਿੱਚ ਉਹੀ ਦਿਲਬਾਗ ਸਿੰਘ ਵਿਕਰਮ ਬਾਜਵਾ ਜੋ ਕਾਂਗਰਸ ਦੇ ਨੇ ਉਹਨਾਂ ਦੇ ਨਾਲ ਖੜੇ ਆ। ਇਹ ਤੁਸੀਂ ਦੇਖ ਸਕਦੇ ਹੋ। ਇੱਥੇ ਕਿਸਾਨ ਦੇ ਭੇਸ ਦੇ ਵਿੱਚ, ਨਕਲੀ ਕਿਸਾਨ ਦੇ ਭੇਸ ਦੇ ਵਿੱਚ ਇੱਥੇ ਇਹ ਕਾਂਗਰਸੀ ਲੀਡਰ ਦੇ ਨਾਲ ਮੀਟਿੰਗ ਕਰ ਰਿਹਾ, ਉੱਥੋਂ ਇਸ਼ਾਰਾ ਲੈ ਰਿਹਾ। ਅੱਗੇ ਚਲੋ ਜੀ। ਆਹ ਦੇਖੋ ਜੀ, ਇਹ ਹੈਗਾ ਗੁਰਚਰਨ ਸਿੰਘ ਹਵਾਸ ਤੋਂ, ਹਰੀ ਪੱਗ ਬੰਨ੍ਹੀ ਹੋਈ ਗੁਰਚਰਨ ਸਿੰਘ ਹਵਾਸ। ਇੱਕ ਕਹਿੰਦਾ ਜੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਨੇ ਆ, ਅਸੀਂ ਆਮ ਕਿਸਾਨ ਹਾਂ। ਇੱਥੇ ਕੀ ਕਰ ਰਿਹਾ ਗੁਰਚਰਨ ਸਿੰਘ? ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਪੋਸਟਰ ਫੜ ਕੇ ਕੰਧਾਂ ਦੇ ਉੱਤੇ ਪੋਸਟਰ ਲਾ ਰਿਹਾ ਹੈ। ਗੁਰਚਰਨ ਸਿੰਘ ਹਵਾਸ ਸੇਮ ਬੰਦਾ ਤੁਸੀਂ ਦੇਖੋ, ਆਹ ਪੀਚ ਦੀ ਪੱਗ ਬੰਨ੍ਹੀ ਹੋਈ ਹੈ ਗੁਰਚਰਨ ਸਿੰਘ ਹਵਾਸ। ਉੱਥੇ ਕਿਸਾਨੀ ਦੇਖੋ ਇਸ ਦੇ ਵਿੱਚ, ਇੱਥੇ ਆਮ ਆਦਮੀ ਪਾਰਟੀ ਦਾ ਇੱਥੇ ਕੰਧਾਂ ਦੇ ਉੱਤੇ ਪੋਸਟਰ ਲਾ ਰਿਹਾ ਹੈ। ਇਹ ਤੁਹਾਡੇ ਸਾਹਮਣੇ ਹੈ ਜੀ, ਤੁਸੀਂ ਧਿਆਨ ਨਾਲ ਦੇਖੋ। ਅੱਗੇ ਚਲੋ ਜੀ। ਇਹ ਹੈਗਾ ਜੀ ਕਾਂਸਪੁਰਾ ਤੋਂ ਕਾਂਗਰਸ ਦਾ ਸਰਪੰਚ, ਇਹਦਾ ਨਾਮ ਹੈ ਸਤਨਾਮ ਸਿੰਘ। ਕਿਸਾਨ ਦੇ ਭੇਸ ਵਿੱਚ ਆਇਆ, ਵਿਰੋਧ ਕੀਤਾ, ਬਥੇਰਾ ਰੌਲਾ ਪਾਇਆ ਨਹੀਂ ਵੀ ਅਸੀਂ ਤਾਂ ਜੀ ਉਹਨਾਂ ਦਾ ਵਿਰੋਧ ਕਰਦੇ ਸੀ, ਕਿਸਾਨ ਇੱਕ ਆਮ ਬੰਦੇ ਹਾਂ। ਹੁਣ ਇੱਧਰ ਦੇਖੋ, ਜੋ ਕਾਂਗਰਸ ਪਾਰਟੀ ਦਾ ਆਗੂ ਹੈ ਰਾਜਾ ਗਿੱਲ, ਜਿਹੜਾ ਇੱਥੋਂ ਟਿਕਟ ਭਰਦਾ, ਉਹਦਾ ਸਨਮਾਨ ਕਰ ਰਿਹਾ ਇਹ ਜਿਹੜਾ ਉੱਥੇ ਕਿਸਾਨ ਬਣ ਗਿਆ ਸੀ। ਆਹ ਦੇਖੋ ਜੀ, ਉਹਨੂੰ ਸਿਰ ਉੱਤੇ ਇਹ ਭੇਂਟ ਕਰ ਰਿਹਾ। ਉਹੀ ਸਤਨਾਮ ਸਿੰਘ ਜਿਹੜਾ ਕਾਂਗਰਸ ਦਾ ਸਰਪੰਚ ਆ, ਇੱਥੇ ਕਾਂਗਰਸੀ ਆਗੂ ਰਾਜਾ ਗਿੱਲ ਦੇ ਨਾਲ ਇਹਦੇ ਵੱਲੋਂ ਭੇਜਿਆ ਗਿਆ। ਪਰਮਜੀਤ ਸਿੰਘ ਗੜੀ ਫਾਜ਼ਲ, ਇਹ ਉੱਥੇ ਆਇਆ, ਉਧਰ ਮਾਹੌਲ ਬਹੁਤ ਖਰਾਬ ਕੀਤਾ ਨੇ, ਬਥੇਰੇ ਮਾਰੇ ਕਿਸਾਨ ਮਜ਼ਦੂਰ ਏਕਤਾ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਮਾਰੇ, ਕਿਸਾਨ ਦੇ ਰੂਪ ਦੇ ਵਿੱਚ ਆਇਆ। ਇੱਧਰ ਦੇਖੋ,
ਬੀਬੀ ਬਿੱਟੀ ਦੇ ਨਾਲ ਇੱਥੇ ਖੜਾ ਲੜਕੀ ਲਗਾ ਸਾਡੇ ਪਿੰਡ ਬੜੀ ਵਾਰ ਵਿਖੇ ਸਤਿੰਦਰ ਕੌਰ ਬਿੱਟੀ ਜੀ ਨੂੰ ਜੋ ਪਾਣੀ ਇਲੈਕਸ਼ਨ ਹੋਈ ਹੈ ਸਤਿੰਦਰ ਕੌਰ ਬਿੱਟੀ ਜੀ ਨੂੰ ਜੀ ਹਾਂ ਪੂਰੇ ਪਿੰਡ ਨੇ ਇੱਕ ਜੱਗੋ ਉਹਨਾਂ ਦਾ ਸਵਾਗਤ ਕੀਤਾ ਤੇ ਬਿੱਟੀ ਜੀ ਨਾਲੇ ਵਾਅਦਾ ਕੀਤਾ ਕਿ ਸਾਡੇ ਪਿੰਡ ਵਿੱਚੋਂ ਨਹੀਂ ਪੂਰੇ ਸਾਹਮਣੇ ਇਲਾਕੇ ਦੇ ਵਿੱਚੋਂ ਜਿੱਤ ਤੁਹਾਡੀ ਪੱਕੀ ਇੱਥੇ ਬੀਬੀ ਬਿੱਟੀ ਨੂੰ ਹਾਰ ਪਾਇਆ ਉਹੀ ਬੰਦਾ ਆ ਪਛਾਣ ਲਓ ਜੀ ਜਿਹੜਾ ਸੇਮ ਉਹੀ ਬੰਦਾ ਜਿਹੜਾ ਕਿ ਉੱਥੇ ਕਿਸਾਨ ਬਣ ਕੇ ਆਇਆ ਇੱਥੇ ਵੀ ਬੀਬੀ ਬਿੱਟੀ ਦਾ ਸਨਮਾਨ ਬੀਬੀ ਬਿੱਟੀ ਵੱਲੋਂ ਭੇਜਿਆ ਗਿਆ ਹੁੰਦਾ ਹੁਣ ਦੇਖੋ ਜੀ ਇਹ ਹੈ ਜੋ ਮੁੰਡਾ ਸੁੱਖਾ ਸਾਹਮਣੇ ਤੋਂ ਸੁੱਖਾ ਇੱਥੇ ਕਿਸਾਨ ਦੇ ਭੇਸ ਦੇ ਵਿੱਚ ਆ ਖੜਾ ਹੱਥ ਵਿੱਚ ਕਾਲਾ ਝੰਡਾ ਫੜਿਆ ਹੋਇਆ ਆਹੀ ਮੁੰਡਾ ਇੱਥੇ ਪੱਗ ਨਹੀਂ ਬੰਨੀ ਹੋਈ ਇੱਥੇ ਪੱਗ ਬੰਨੀ ਇੱਥੇ ਬੀਬੀ ਨਾਲ ਸੈਲਫੀਆਂ ਕਰਾ ਰਿਹਾ ਇਹ ਬੀਬੀ ਬਿੱਟੀ ਨੇ ਭੇਜਿਆ ਸੀ ਮਾਹੌਲ ਖਰਾਬ ਕਰਨ ਖਾਲੀ ਆ ਦੇਖ ਲਓ ਧਿਆਨ ਨਾਲ ਇੱਥੇ ਕੋਈ ਪੱਗ ਬਣੀ ਹੋਈ ਹੈ ਇੱਥੇ ਇਹਨੇ ਪੱਗ ਨਹੀਂ ਬੰਨੀ ਹੋਈ ਮੁੰਡਾ ਉੱਥੇ ਬਹੁਤ ਮਾਹੌਲ ਖਰਾਬ ਕੀਤਾ ਬਹੁਤ ਗਰਮੀ ਇਹਨਾਂ ਨੇ ਉੱਥੇ ਦਿਖਾਈ ਆ ਇੱਥੇ ਸਟੇਜਾਂ ਦੇ ਉੱਤੇ ਖੜ ਕੇ ਦੇਖੋ ਪੂਰੇ ਸੈਲਫੀਆਂ ਲੈਣੇ ਵਾਲੀਆਂ ਇਹ ਵੀ ਬੀਬੀ ਬਿੱਟੀ ਦੇ ਸ਼ਹਿਰ ਦੇ ਪਹੁੰਚਿਆ ਸੀ ਉੱਥੇ ਹੁਣ ਇਹਨੂੰ ਦੇਖੋ ਇਹ ਹੈ ਅਮਰਿੰਦਰ ਸੇਖੋਂ ਜਿਹੜਾ ਮੁੰਡੀਆਂ ਇਹਨੇ ਬਹੁਤ ਜ਼ਿਆਦਾ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਗਲਤ ਇਹਨੇ ਉੱਥੇ ਲੋਕਾਂ ਨੂੰ ਨਾਰੇ ਬਹੁਤ ਗਲਤ ਗੱਲਾਂ ਉੱਤੇ ਬੋਲੀਆਂ ਇਹ ਕਿਹਦੇ ਵੱਲੋਂ ਭੇਜਿਆ ਗਿਆ ਸੀ ਬੀਬੀ ਬਿੱਟੀ ਨੂੰ ਸਰੂਪਾ ਦਿੰਦੀ ਦੇਖੋ ਆਹ ਦੇਖੋ ਅਮਰਿੰਦਰ ਸਿੰਘ ਸੇਖੋਂ ਬੀਬੀ ਬਿੱਟੀ ਨੂੰ ਸਰੂਪਾ ਦਿੰਦਾ ਹੋਇਆ ਇਹ ਬੀਬੀ ਬਿੱਟੀ ਵੱਲੋਂ ਭੇਜਿਆ ਗਿਆ ਇਹਨਾਂ ਨੇ ਮਾਹੌਲ ਖਰਾਬ ਕੀਤਾ ਉੱਥੇ ਇਹਨਾਂ ਦਾ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਚੱਲੋ ਜੀ ਦੇਖੋ ਜੀ ਇਹ ਹੈ ਕਾਂਗਰਸੀ ਅਵਤਾਰ ਸਿੰਘ ਪਿੰਡ ਜੀਵਨਪੁਰ ਤੋਂ ਆਹ ਖੜਾ ਨਾਰੇ ਮਾਰ ਰਿਹਾ ਕਿਸਾਨੀ ਦੇ ਹੱਕ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਰਿਹਾ ਹੈ ਕੌਣ ਸੀ ਨਕਲੀ ਕਾਂਗਰਸੀ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਸੁਖਵਿੰਦਰ ਬਿੰਦਰਾ ਉਹਦੇ ਨਾਲ ਫੋਟੋ ਪਾ ਰਿਹਾ ਇਹ ਇੱਧਰੋਂ ਇਸ਼ਾਰਾ ਆਇਆ ਸੀ ਤੁਸੀਂ ਜਾ ਕੇ ਉੱਥੇ ਮਾਹੌਲ ਖਰਾਬ ਕਰਨਾ ਇਹ ਚਿਹਰੇ ਪਛਾਣ ਲਓ ਜੀ ਮੈਂ ਹਲਕਿਆਂ ਦੇ ਬੰਦਿਆਂ ਨੂੰ ਕਹਿਣਾ ਦੇਖ ਲਓ ਨਕਲੀ ਕਿਸਾਨ ਬਣ ਕੇ ਜਿਹੜੇ ਆਏ ਕੌਣ ਬੰਦੇ ਸੀ ਅਸਲੀਅਤ ਦੇ ਵਿੱਚ ਹੁਣ ਆ ਗਿਆ ਜੀ ਬਲਜੀਤ ਸਿੰਘ ਬੂਟਾ ਆਹ ਬੜਾ ਇੱਥੇ ਇਹਨੇ ਪੱਗ ਨਹੀਂ ਬੰਨੀ ਹੋਈ ਇੱਥੇ ਪੱਗ ਬੰਨੀ ਹੋਈ ਹੈ ਇਹਨੇ ਬਹੁਤ ਮਾਹੌਲ ਖਰਾਬ ਕੀਤਾ ਇਹਨੇ ਸਾਡੇ ਪੋਸਟਰ ਵੀ ਪਾੜੇ ਇਹਨੇ ਸਾਡੇ ਬੈਨਰ ਵੀ ਪਾੜੇ ਇਹਨੇ ਪੂਰਾ ਉੱਥੇ ਖੋਦਲ ਮਚਾਇਆ ਹੱਥ 'ਚ ਡੰਡੇ ਫੜ ਕੇ ਬਥੇਰਾ ਕੁਛ ਮੁੰਡੇ ਨੇ ਕੀਤਾ ਇਹ ਕਿਹਨੇ ਭੇਜਿਆ ਸੀ ਬੀਬੀ ਬਿੱਟੀ ਨੇ ਇੱਥੇ ਸੈਲਫੀਆਂ ਲਈਆਂ ਆ ਪੜ੍ਹੋ ਉੱਥੇ ਬਲਜੀਤ ਸਿੰਘ ਬੂਟਾ ਬੀਬੀ ਬਿੱਟੀ ਵੱਲੋਂ ਭੇਜਿਆ ਗਿਆ ਹਲਕੇ ਵਾਲੇ ਵੀਰੋ ਦੇਖੋ ਕੀ ਹੋਇਆ ਤੁਹਾਡੇ ਸਾਹਮਣੇ ਆ ਬੀਬੀ ਬਿੱਟੀ ਖੜੋਗੇ ਇੱਥੇ ਨਾਲ ਐ ਖੜ ਕੇ ਸੈਲਫੀ ਲਏ ਜਾ ਰਹੇ ਬੀਬੀ ਬਿੱਟੀ ਦੇ ਇਸ਼ਾਰੇ ਤੇ ਪਹੁੰਚਿਆ ਇੱਥੇ ਹੁਣ ਆ ਜਾਓ ਬਲਜਿੰਦਰ ਸਿੰਘ ਚੌਹਾਨ ਆ ਤੁਹਾਡੀ ਖੜਾ ਕਰਤੀ ਪਿੱਛੇ ਆ ਦੇਖੋ ਜੀ ਉੱਤੇ ਸਲੋਗਨ ਪੜਿਆ ਸ਼ੇਰਾਂ ਦੀਆਂ ਕੰਨਾਂ ਪਾਈ ਬੈਠੇ ਇੱਥੇ ਕੁੱਤੇ ਆ ਸਾਡਾ ਮੂਤ ਪੀਣ ਵਾਲਿਆਂ ਦੀ ਸੋਚ ਬੜੀ ਉੱਚੀ ਆ ਪਿੰਡ ਸਾਹਮਣੇ ਇਹੋ ਜਿਹੇ ਸਲੋਗਨ ਲੈ ਕੇ ਉੱਥੇ ਪਹੁੰਚਿਆ ਆ ਜਿਹੜਾ ਪਿੱਛੇ ਕਿਹਦੇ ਇਸ਼ਾਰੇ ਤੇ ਆਇਆ ਸੀ ਆਮ ਆਦਮੀ ਪਾਰਟੀ ਭਗਵਾਨ ਸੈਲਫੀਆਂ ਲਈਆਂ ਆ ਦੇਖੋ ਜੀ ਆ ਤੁਹਾਡੇ ਸਾਹਮਣੇ ਇਹ ਨੰਬਰ ਘੱਟੋ ਘੱਟ ਸਾਡੇ ਕੋਲ 50 ਜਾਣੇ ਚਾਹੀਦੇ ਕਿਉਂਕਿ ਇਹਨਾਂ ਦੀ ਗਿਣਤੀ ਇੰਨੀ ਕੀ ਸੀ 40-50 ਹੋਣੇ ਫਿਰ ਇਹਨਾਂ ਨੇ ਆਪਦੇ ਨਾਲ ਕਾਰਕੁਨ ਜਿਹੜੇ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਉੱਥੇ ਪਹੁੰਚੇ ਇਸ ਤਰੀਕੇ ਨਾਲ ਖਰਾਬ ਕੀਤਾ ਦਿਖਾ ਕੇ ਰਿਹਾ ਆਪਣੇ ਆਪ ਨੂੰ ਕਿਸਾਨ ਹੈ ਅਸਲ 'ਚ ਕੌਣ ਸੀ ਬਹੁਰੂਪੀਏ ਇਹ ਤੁਹਾਡੇ ਸਾਹਮਣੇ ਅਸੀਂ ਨਸ਼ਰ ਕੀਤੇ ਹੈ ਤੇ ਗਿਣਤੀ ਸਾਡੇ ਕੋਲ ਬਹੁਤ ਹੈ ਸੋ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ ਉਹਨੇ ਕੀ ਖੁਰਦਣਾ ਚਾਹਿਆ ਉਹ ਵੀ ਕਿਰਪਾ ਕਰਕੇ ਤੁਸੀਂ ਯਾਦ ਕਰੋ ਕਿ ਕਿਸਾਨ ਜੋ ਮੁੱਦਾ ਹੈ ਕਿ ਉਹ 3 ਐਕਟ ਹੈ ਕਿ ਇਹਨੂੰ ਇਹ ਵੀ ਨਹੀਂ ਸੀ ਪਤਾ ਵੀ ਐਕਟ ਹੈ ਕਿ ਉਹਨਾਂ ਦੇ ਵਿੱਚ ਕੀ ਹੈ ਉਹ ਕਾਹਦੇ ਬਾਰੇ ਨੇ ਤੁਸੀਂ ਦੇਖ ਹੀ ਲੈਣਾ ਤੁਹਾਡੇ ਸਾਹਮਣੇ ਪ੍ਰੂਫ ਹੈ ਕੀ ਦੱਸ ਰਿਹਾ ਕੀ ਕਹੇ ਕਹਿੰਦਾ ਹੋਰ ਗੱਲ ਪੁੱਛ ਲਓ ਮੈਂ ਹੋਰ ਗੱਲ ਪੁੱਛੂਗਾ ਇਹਦੇ ਬਾਰੇ ਆਪਣੀ ਕਰੋ ਜੀ ਤੁਸੀਂ ਕਿਹੜੀ ਪਾਰਟੀ ਨੂੰ ਬੁਲਾਉਂਦੇ ਹੋ ਕੀ ਕਰਨਾ ਮੈਂ ਕਿਸੇ ਪਾਰਟੀ ਨੂੰ ਨਹੀਂ ਕਰਦਾ
ਕਰ ਰਹੇ ਹੋ ਕੀ ਕਾਰਨ ਪੈ ਗਿਆ ਵਿਰੋਧ ਕਰਨ ਦਾ? ਵਿਰੋਧ ਕਰਨਾ ਬਣਦਾ ਵੀਰੇ ਸਾਡਾ। ਦੇਖ ਲਿਆ ਕਿ ਜਿਹੜੇ ਇਹ ਲੋਕ ਉੱਥੇ ਪਹੁੰਚੇ ਸੀ, ਇਹ ਜਿਹੜੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ, ਇਹ ਉਹਨਾਂ ਵੱਲੋਂ ਭੇਜੇ ਹੋਏ ਬੰਦੇ ਸੀ। ਥੋੜੀ ਜਿਹੀ ਆਵਾਜ਼ ਕਰਿਓ। ਇਹ ਬੰਦੇ ਉਹਨਾਂ ਵੱਲੋਂ ਭੇਜੇ ਗਏ ਸੀ ਜੋ ਕਾਂਗਰਸ ਪਾਰਟੀ ਦੇ ਲੀਡਰ ਨੇ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ। ਤੁਹਾਡੇ ਸਾਹਮਣੇ ਅਸੀਂ ਜ਼ਾਹਰ ਕੀਤੇ। ਜਿਹੜੀ ਗੱਲ ਮੈਂ ਤੁਹਾਡੇ ਅੱਗੇ ਰੱਖਣੀ ਚਾਹੁੰਦਾ, ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਨਾਲ ਇਹਨਾਂ ਬੰਦਿਆਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਗੱਲ ਕਰਦੇ ਹਾਂ ਕਿਸਾਨੀ ਦੀ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੋਲ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਜੋ ਇਹ ਐਕਟ ਬਣੇ ਨੇ ਉਹਦੇ ਵਿੱਚ, ਉਹਦੇ ਬਾਰੇ ਮੈਂ ਥੋੜਾ ਚਾਨਣਾ ਤੁਹਾਨੂੰ ਪਾਉਣਾ ਚਾਹੁੰਦਾ। ਜਦੋਂ ਇਹ ਐਕਟ ਲੈ ਕੇ ਆਉਣ ਦੀ ਗੱਲ ਹੋਈ, ਜਦੋਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਵਿੱਚ ਬੀਜੇਪੀ ਦਾ ਭਾਈਵਾਲ ਸੀ, ਸਾਨੂੰ ਇਹ ਗੱਲ ਕਹੀ ਗਈ ਕਿ ਬੀਜੇਪੀ ਵੱਲੋਂ, ਕੇਂਦਰ ਦੀ ਸਰਕਾਰ ਵੱਲੋਂ, ਕਿ ਜਿਹੜੀ ਸਵਾਮੀਨਾਥਨ ਰਿਪੋਰਟ ਹੈ, ਅਸੀਂ ਸਵਾਮੀਨਾਥਨ ਰਿਪੋਰਟ ਨੂੰ ਇੰਨ ਲਾਗੂ ਕਰਨ ਲੱਗੇ ਹਾਂ ਤਾਂ ਕਿ ਜਿਹੜੇ ਫਾਰਮਰਸ ਦੀ ਇੰਨੀ ਮੰਦੀ ਹਾਲਤ ਹੈ ਉਹ ਠੀਕ ਹੋ ਸਕੇ ਤੇ ਉਹਨਾਂ ਦੀ ਆਮਦਨ ਦੁੱਗਣੀ ਹੋ ਸਕੇ। ਸਾਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਤੇ ਜਦੋਂ ਸਾਨੂੰ ਉਹਨਾਂ ਨੇ ਇਹ ਗੱਲ ਦੱਸੀ ਤਾਂ ਸਾਨੂੰ ਬੜਾ ਚਾਅ ਹੋਇਆ ਵੀ ਚਲੋ ਅਸੀਂ ਜੋ ਪੰਜਾਬ ਹੈ ਇੱਕ ਕਿਸਾਨੀ ਤੇ ਨਿਰਭਰ ਸੂਬਾ, ਵੀ ਸਾਡਾ ਕਿਸਾਨਾਂ ਦਾ ਮੁੱਦਾ ਹੱਲ ਹੋਣ ਲੱਗਿਆ, ਕਿਸਾਨਾਂ ਦੀ ਜੂਨ ਸੁਧਰ ਜੂਗੀ। ਜਦੋਂ ਇਹ ਗੱਲ ਵਿਸ਼ਵਾਸ ਸਾਨੂੰ ਕਿਉਂ ਸੀ ਵੀ ਸਾਡੀ ਗੱਲ ਜਿਹੜੀ ਇਹ ਕਰ ਰਹੇ ਨੇ ਇਹਨਾਂ ਨੇ ਕਰ ਦੇਣੀ ਹੈ, ਪਰ ਮੌਕੇ ਤੇ ਹੁੰਦਾ ਕੀ ਹੈ, ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਜੋ ਐਕਟ ਦੇ ਵਿੱਚ ਕਿਸਾਨਾਂ ਦੇ ਲਈ ਨਹੀਂ, ਇਹ ਪ੍ਰਾਈਵੇਟ ਘਰਾਣਿਆਂ ਨੇ ਇਹ ਐਕਟ ਬਣਾਏ ਜਾ ਰਹੇ ਨੇ, ਅਸੀਂ ਨਾਲ ਦੀ ਨਾਲ ਉਸ ਚੀਜ਼ ਦੇ ਉੱਤੇ ਰੌਲਾ ਪਾਉਣਾ ਸ਼ੁਰੂ ਕੀਤਾ। ਕਿਸਾਨ ਜਥੇਬੰਦੀਆਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ, ਇਹ ਤੁਸੀਂ ਔਨ ਰਿਕਾਰਡ ਆ। ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਜੋ ਚਾਹੁੰਦੇ ਹੋ ਮੈਂ ਉੱਥੇ ਲੈ ਕੇ ਜਾਊਂਗਾ। ਮੈਂ ਕਾਂਗਰਸ ਦੀ ਜੋ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ, ਮੈਂ ਉਹਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਤੇ ਜਦੋਂ ਅਸੀਂ ਉਹਨਾਂ ਕੋਲ ਲੈ ਕੇ ਗਏ, ਉਹਨਾਂ ਨੇ ਸਾਨੂੰ ਇੱਕ ਗੱਲ ਕਹੀ, ਜੋ ਤੋਮਰ ਸਾਹਿਬ ਨੇ ਜਾਂ ਅਮਿਤ ਸ਼ਾਹ ਨੇ, ਕਿ ਤੁਸੀਂ ਬੇਫਿਕਰ ਹੋ ਜਾਓ ਜੀ, ਜਿਹੜਾ ਅਮੈਂਡਮੈਂਟ ਤੁਸੀਂ ਚਾਹੁੰਦੇ ਹੋ ਅਸੀਂ 100% ਤੁਹਾਡੀ ਅਮੈਂਡਮੈਂਟ ਕਰਕੇ ਦੇਵਾਂਗੇ। ਇਹ ਹਲੇ ਡਰਾਫਟ ਆ, ਇਹ ਖਰੜਾ, ਜਦੋਂ ਇਹ ਬਿੱਲ ਦੇ ਰੂਪ ਚ ਲੈ ਕੇ ਆਵਾਂਗੇ, ਜੋ ਚੇਂਜਿਸ ਤੁਸੀਂ ਕਹਿੰਦੇ ਅਸੀਂ ਚੇਂਜਿਸ ਤੁਹਾਡੇ ਕਰਾਂਗੇ। ਅਸੀਂ ਉਸ ਚੀਜ਼ ਤੇ ਸੈਟੀਸਫਾਈ ਹੋਏ, ਉਸ ਤੇ ਯਕੀਨ ਕੀਤਾ। ਕਿਉਂ ਯਕੀਨ ਕੀਤਾ ਇਹ ਵੀ ਸੁਣਨ ਵਾਲੀ ਗੱਲ ਹੈ। ਅਸੀਂ ਕਿਉਂ ਯਕੀਨ ਕੀਤਾ ਬੀਜੇਪੀ ਤੇ? ਕਿਉਂਕਿ ਜਦੋਂ ਅਸੀਂ ਪਹਿਲਾਂ ਕੋਈ ਪੰਜਾਬ ਦੇ ਮੁੱਦੇ ਜੋ ਬੀਜੇਪੀ ਆਪਣੇ ਕੇਂਦਰ ਅੱਗੇ ਚੱਕੇ ਸੀ, ਉਹ ਮੁੱਦੇ ਸਾਡੇ ਸੁਣੇ ਗਏ ਸੀ। ਜੇ ਅਸੀਂ
ਗੱਲ ਕੀਤੀ ਸੀ 84 ਦੇ ਦੰਗਿਆਂ ਦਾ ਜੋ ਸਭ ਤੋਂ ਵੱਡਾ ਗੁਨਾਹਗਾਰ ਸੀ ਸੱਜਣ ਕੁਮਾਰ, ਕਿ ਸੱਜਣ ਕੁਮਾਰ ਨੂੰ ਅੰਦਰ ਸੱਟਣਾ, ਫਾਸਟ ਟਰੈਕ ਕੋਰਟ ਕਰਨਾ, SIT ਬਣਾਉਣੀ ਆ, ਤਾਂ ਉਹਨਾਂ ਨੇ ਸਾਡੇ ਕਹਿਣ ਦੇ ਉੱਤੇ SIT ਬਣਾਈ। ਇਸੇ ਸਰਕਾਰ ਦੇ ਵਿੱਚ ਚੱਕ ਕੇ ਸੱਜਣ ਕੁਮਾਰ ਨੂੰ ਜੇਲ੍ਹ ਦੇ ਵਿੱਚ ਸਿੱਟਿਆ, ਜਿਹੜਾ ਕਿ 10 ਸਾਲ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ, ਸਰਦਾਰ ਮਨਮੋਹਨ ਸਿੰਘ ਜੋ PM ਰਹੇ, ਉਹਨਾਂ ਚੋਂ ਬੰਦੇ ਦੀ ਹਵਾਬੰਦੀ ਨੂੰ ਝਾਕਿਆ ਕੋਈ ਨਹੀਂ ਸੀ, ਤੇ ਸਾਡੇ ਕਹਿਣ ਦੇ ਉੱਤੇ ਉਹ ਚੱਕ ਕੇ ਉਹਨਾਂ ਨੇ ਜੇਲ੍ਹ 'ਚ ਡਾਕਟਰ ਅੱਜ ਤੱਕ ਜੇਲ੍ਹ 'ਚ ਬੈਠਾ। ਸਾਨੂੰ ਯਕੀਨ ਸੀ ਵੀ ਸਾਡੀ ਆਹ ਵੀ ਗੱਲ ਮੰਨੀ। ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਸਿੱਖਾਂ ਦੀ ਜੋ ਕਾਲੀ ਸੂਚੀ ਬਣਾਈ ਹੋਈ ਹੈ, ਕਾਲੀ ਸੂਚੀ ਦੇ ਜਿਹਦੇ ਕਰਕੇ ਉਹ ਸਿੱਖ ਬਾਹਰ ਦੇ ਮੁਲਕਾਂ ਤੋਂ ਇੰਡੀਆ ਨਹੀਂ ਆ ਪਾ ਰਹੇ, ਵੀ ਉਸ ਜੋ ਕਾਲੀ ਸੂਚੀ ਨੂੰ ਰੱਦ ਕਰੋ। ਸਾਡੇ ਕਹਿਣ ਤੇ ਉਹ ਕਾਲੀ ਸੂਚੀ ਵੀ ਰੱਦ ਹੋਈ। ਜਦੋਂ ਇਹ ਮਸਲਾ ਸਾਡਾ ਉਹਨੇ ਹੱਲ ਕੀਤਾ ਤਾਂ ਸਾਨੂੰ ਲੱਗਦਾ ਸੀ ਵੀ ਜਿਹੜਾ ਅਸੀਂ ਕਿਸਾਨਾਂ ਦਾ ਮੁੱਦਾ ਚੱਕ ਰਹੇ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ ਪਾਰਟੀ, ਵੀ ਸਾਡੀ ਇਹ ਵੀ ਗੱਲ ਸੁਣੀ ਜਾਊਗੀ। ਪਰ ਮੌਕੇ ਤੇ ਜਦੋਂ ਐਕਟ ਲਿਆਂਦਾ ਗਿਆ, ਬਿੱਲ ਲਿਆਂਦਾ ਗਿਆ, ਤੇ ਅਸੀਂ ਦੇਖਿਆ ਕਿ ਉਹ ਤਾਂ ਸੇਮ ਬਿੱਲ ਲਿਆਂਦਾ, ਅਸੀਂ ਉਹ ਨਹੀਂ ਕਹਤਾ ਵੀ ਅਸੀਂ ਇਸ ਬਿੱਲ ਦਾ ਵਿਰੋਧ ਕਰਾਂਗੇ। ਵਿਰੋਧ ਦੇ ਵਿੱਚ ਅਸੀਂ ਤੁਹਾਡੇ ਵੋਟ ਵੀ ਪਾਵਾਂਗੇ। ਜਿੱਦਣ ਵੋਟਿੰਗ ਹੁੰਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਸੀ ਜਿਸ ਨੇ ਵਿਰੋਧ ਦੇ ਵਿੱਚ ਵੋਟ ਪਾਈ। ਇਹ ਤੁਸੀਂ ਔਨ ਰਿਕਾਰਡ ਤੇ ਤੁਹਾਨੂੰ ਕਹਿ, ਤੁਸੀਂ ਚੈੱਕ ਕਰ ਸਕਦੇ ਹੋ। ਸਿਰਫ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਸਿਮਰਤ ਕੌਰ ਬਾਦਲ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਦੇ ਉਲਟ ਵੋਟ ਪਾਈ, ਤੇ ਬਾਕੀ ਸਾਰੀ ਪਾਰਟੀਆਂ ਉੱਥੋਂ ਬਾਈਕਾਟ ਕਰ ਗਈਆਂ ਸੀ। ਇਹ ਤੁਸੀਂ ਚੈੱਕ ਵੀ ਕਰ ਸਕਦੇ ਹੋ। ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ, ਜਿਹੜੇ ਇਹਨਾਂ ਦੇ ਐਕਟ ਲੈ ਕੇ ਆਉਂਦੇ। ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਜਦੋਂ ਅਸੀਂ ਕੀ ਕੀਤਾ, ਅਸੀਂ ਬੀਜੇਪੀ ਦਾ ਅਸੀਂ ਨਾਤਾ ਹੀ ਤੋੜਤਾ। 25 ਸਾਲ ਦਾ ਰਿਲੇਸ਼ਨ ਅਸੀਂ ਨਾਤਾ ਤੋੜਤਾ ਬੀਜੇਪੀ ਨਾਲ। ਅਸੀਂ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਦਿੱਤਾ ਇਸੇ ਕਰਕੇ, ਕਿਸਾਨੀ ਮੁੱਦੇ ਕਰਕੇ, ਕਿ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਤੁਸੀਂ ਧੋਖਾ ਕੀਤਾ ਸਾਡੇ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਸ਼੍ਰੋਮਣੀ ਅਕਾਲੀ ਦਲ NDA ਦਾ ਫਾਊਂਡਿੰਗ ਮੈਂਬਰ ਸੀ। ਜਦੋਂ NDA ਬਣਿਆ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਾਊਂਡਿੰਗ ਮੈਂਬਰ ਸੀ। ਸਾਨੂੰ ਬਹੁਤ ਮਾਣ ਸੀ ਕਿ ਸਾਡੀ ਗੱਲ ਮੰਨੀ ਜਾਊਗੀ, ਪਰ ਸਾਡਾ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਕਿਸਾਨਾਂ ਨਾਲ ਧੋਖਾ ਕੀਤਾ। ਅਸੀਂ ਨਾਲ ਦੀ ਉਹਨਾਂ ਤੋਂ ਪਾਸੇ ਹੋ ਗਏ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿੰਨੇ ਵੀ ਕਾਲ ਦਿੱਤੀ ਵੀ ਪੰਜਾਬ ਬੰਦ ਕਰਨਾ ਹੈ, ਭਾਰਤ ਬੰਦ ਕਰਨਾ, ਅਸੀਂ ਉਹਨਾਂ ਦਾ ਸਾਥ ਦਿੱਤਾ। ਜੋ ਕਿਸਾਨ ਜਥੇਬੰਦੀਆਂ ਨੇ ਕਿਹਾ, ਅਸੀਂ ਬੰਦੇ ਲੈ ਕੇ ਉੱਥੇ ਪਹੁੰਚੇ ਤੇ ਸੰਗਤ ਦੇ ਰੂਪ 'ਚ ਥੱਲੇ ਬੈਠੇ। ਜੋ ਸਟੇਜ ਸੀ ਉਹ ਕਿਸਾਨ ਜੋ ਸੰਗਠਨ ਦੇ ਲੀਡਰ ਸਾਹਿਬ ਉਹਨਾਂ ਕੋਲ ਸੀ, ਅਸੀਂ ਸੰਗਤ ਦੇ ਰੂਪ ਦੇ ਵਿੱਚ ਉੱਥੇ ਬੈਠੇ। ਜਿੰਨਾ ਵੱਧ ਤੋਂ ਵੱਧ ਇਕੱਠ ਹੋ ਗਿਆ ਅਸੀਂ ਇਕੱਠ ਕੀਤਾ। ਉਸ ਤੋਂ ਬਾਅਦ ਸੈਸ਼ਨ ਆ ਜਾਂਦਾ, ਜਿਹੜਾ ਹੁਣ ਸੈਸ਼ਨ ਆਇਆ। ਸੈਸ਼ਨ ਦੇ ਵਿੱਚ ਸਾਨੂੰ ਇਹ ਗੱਲ ਕਹੀ ਗਈ, ਕਿਸਾਨ ਦੀ ਜੋ ਜਥੇਬੰਦੀ ਹੈ ਉਹਨਾਂ ਦੇ ਜੋ ਹੈਡ ਨੇ, ਕਿ ਇਸ ਸੈਸ਼ਨ ਦੇ ਵਿੱਚ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਬਾਰੇ ਗੱਲ ਕੀਤੀ ਜਾਊਗੀ, ਹੋਰ ਤੁਸੀਂ ਕਿਸੇ ਮੁੱਦੇ ਤੇ ਗੱਲ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਨੇ ਤੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ MP ਸੀ, ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਨਰੇਸ਼ ਗੁਜਰਾਲ ਜੀ, ਭੁੰਦਰ ਸਾਹਿਬ ਤੇ BSP ਦੇ ਜੋ ਸਾਡੇ ਜੋ ਲੀਡਰ ਸਾਹਿਬਾਨ ਜੋ MP ਸੀ, ਅਸੀਂ ਸਾਰਾ ਦਿਨ ਬਾਹਰ ਤਖਤੀਆਂ ਲੈ ਕੇ ਖੜੇ, ਮਿੰਨਤਾਂ ਕਰਨੇ ਕੀਤੇ। ਜੋ BJP ਦੇ ਜੋ ਮਿਨਿਸਟਰ ਨੇ ਤੋਮਰ ਸਾਹਿਬ, ਉਹਨਾਂ ਦੇ ਵੀ, ਅਮਿਤ ਸ਼ਾਹ ਦੇ ਵੀ ਥੋੜੀ ਕੋਈ ਰਿਕਾਰਡ ਹੈ ਸਰ। ਅਸੀਂ ਜੋ ਪਾਰਲੀਮੈਂਟ ਦੇ ਵਿੱਚ ਵੀ ਬੀਬਾ ਜੀ ਬਹੁਤ ਡਟ ਕੇ ਬੋਲੇ, ਮੋਦੀ ਸਾਹਿਬ ਦੇ ਸਾਹਮਣੇ ਬੋਲੇ, ਕਿਸੇ ਦੀ ਜ਼ਰੂਰਤ ਹੈ ਇਹ ਕਰਨ ਦੀ। ਤੇ ਕਾਂਗਰਸ ਕੀ ਕਰਦੀ ਰਹੀ? ਕਾਂਗਰਸ ਨੇ ਬਿਨਾਂ ਪੈਗਾਸਸ ਜਿਹੜਾ ਇਸ਼ੂ ਹੋਇਆ ਸੀ, ਜਿਹਦੇ ਵਿੱਚ ਫੋਨ ਟੈਪਿੰਗ ਦੀ ਗੱਲ ਹੋਈ ਸੀ, ਇਹਨਾਂ ਨੇ 90% ਸਮਾਂ ਜੋ ਇਸ ਸੈਸ਼ਨ ਦਾ ਪੈਗਾਸਸ ਤੇ ਕੱਢਤਾ। ਕਿਸਾਨੀ ਮੁੱਦੇ ਵਾਲੇ ਇਹਨਾਂ ਨੇ ਮਸਾਂ ਅਖੀਰ ਦੇ ਦਿਨ ਜਾ ਕੇ ਉੱਥੇ ਸਾਡੇ ਨਾਲ ਆ ਕੇ ਖੜੇ ਕਰਕੇ ਅਸੀਂ ਕਿਸੇ ਹੋਰ ਮੁੱਦੇ ਤੇ ਗੱਲ ਨਹੀਂ ਕੀਤੀ, ਕਿਉਂਕਿ ਸਾਨੂੰ ਕਿਸਾਨ ਜੋ ਜਥੇਬੰਦੀਆਂ ਦਾ ਹੁਕਮ ਹੋਇਆ ਸੀ, ਅਸੀਂ ਉਹਨਾਂ ਦੇ ਹੁਕਮ ਉੱਥੇ ਪਹਿਰਾ ਦਿੱਤਾ। ਅਸੀਂ ਪਹਿਲੇ ਦਿਨ ਤੋਂ ਅਸੀਂ ਜਿਵੇਂ ਸਾਨੂੰ ਕਿਸਾਨ ਜਥੇਬੰਦੀਆਂ ਕਹੀ ਗਈਆਂ, ਅਸੀਂ ਉਵੇਂ ਚੱਲਦੇ ਰਹੇ। ਇਹ ਤਾਂ ਗੱਲ ਕਰ ਰਿਹਾ ਮੈਂ ਅੱਜ ਜੋ ਕਿਸਾਨੀ ਮੁੱਦੇ ਦੇ ਉੱਤੇ, ਜੇ ਕਿਸਾਨਾਂ ਦੀ ਅੱਜ ਤੱਕ ਕਿਸੇ ਨੇ ਬਾਂਹ ਫੜੀ ਹੈ ਜਾਂ ਕਿਸਾਨਾਂ ਦੇ ਮੁੱਦੇ ਕਿਸੇ ਨੇ ਰੇਜ਼ ਕੀਤੇ, ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ। ਇਤਿਹਾਸ ਦੁਆਰਾ ਤੁਸੀਂ ਆਪ ਹਿਸਟਰੀ ਚੈੱਕ ਕਰੋ। ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਅੱਜ ਆਪਾਂ ਕਣਕ ਤੇ ਝੋਨਾ ਵੇਚਣ ਜਾਂਦੇ ਹਾਂ, ਉਹ ਮੰਡੀ ਸਿਸਟਮ ਪਿੰਡਾਂ ਦੇ ਵਿੱਚ ਮੰਡੀਆਂ ਕਿਹਨੇ ਸ਼ੁਰੂ ਕੀਤੀਆਂ? ਸ਼੍ਰੋਮਣੀ ਅਕਾਲੀ ਦਲ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਪੰਜਾਬ 5 ਵਾਰੀ ਬਣੇ, ਉਹਨਾਂ ਨੇ ਇਹ ਮੰਡੀਆਂ ਦਾ ਸਿਸਟਮ ਸ਼ੁਰੂ ਕੀਤਾ। ਉਹ ਕਹਿੰਦੇ ਵੀ ਪਿੰਡਾਂ 'ਚ ਨੇੜੇ ਮੰਡੀਆਂ ਹੋਣੀਆਂ ਜ਼ਰੂਰੀ ਨੇ, ਦੂਰ ਆਪਣੀ ਉੱਚ ਲੈ ਕੇ ਜਾਣੀ ਬਹੁਤ ਔਖੀ ਹੈ। ਤੇ ਇਹ ਵੀ ਲੱਗਦਾ ਸਾਰਾ ਕੁਝ ਲੱਗਦਾ ਵੀ ਨੇੜੇ ਲੈ ਕੇ ਜਾਣਾ। ਮੰਡੀ ਸਿਸਟਮ ਜੇ ਬਣਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ। ਉਸ ਤੋਂ ਬਾਅਦ ਜਿਹੜੇ ਨਹਿਰਾਂ ਪੱਕੀਆਂ ਹੋਈਆਂ,
ਰੱਸੀਆਂ ਪੱਕੀਆਂ ਹੋਈਆਂ, ਜਿਹੜੇ ਲੋਕਾਂ ਦੇ ਪਾਣੀ ਨਹਿਰਾਂ ਦਾ ਪਹੁੰਚਿਆ, ਟੇਲਾਂ ਤੱਕ ਪਾਣੀ ਪਹੁੰਚਿਆ, ਮੋਗੇ ਲੱਗ ਗਏ। ਇਹ ਕਿਹਨੇ ਲਾਏ? ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗੇ। ਸਾਰੇ ਮੋਗੇ ਜਿੰਨੇ ਵੀ ਹੈਗੇ ਅੱਜ ਉਹ ਜ਼ਮੀਨਾਂ ਬਿਲਕੁਲ ਆਬਾਦ ਨੇ, ਉਪਜਾਊ ਜ਼ਮੀਨਾਂ ਨੇ। ਸੇਮ ਨਾਲੇ ਜਿੱਥੇ ਸੇਮ ਨੇ ਬੁਰੀ ਹਾਲਤ ਕੀਤੀ ਪਈ ਸੀ ਮਾਲਵੇ ਨੇ, ਸੇਮ ਕਰਕੇ ਕੋਈ ਫਸਲ ਨਹੀਂ ਸੀ ਹੁੰਦੀ, ਸੇਮ ਨਾਲੇ ਕੱਢੇ, ਅੱਜ ਉੱਥੇ ਐ ਲੈ ਕੇ ਹੁੰਦੀਆਂ, ਉੱਥੇ ਫਸਲਾਂ ਹੁੰਦੀਆਂ ਨੇ। ਇਹ ਸੇਮ ਨਾਲੇ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਕੱਢੇ ਗਏ। ਜੇ ਬਿਜਲੀ ਦੇ ਬਿੱਲ ਟਿਊਬਲਾਂ ਦੇ ਮਾਫ ਕੀਤੇ, ਕਿਹਨੇ ਮਾਫ ਕੀਤੇ? ਇਹ ਸ਼੍ਰੋਮਣੀ ਅਕਾਲੀ ਦਲ ਨੇ ਮਾਫ ਕੀਤੇ। ਤੇ ਅਸੀਂ ਉਹਨਾਂ ਨੂੰ ਫਾਰਮ ਨਹੀਂ ਸੀ ਭਰਾਏ, ਅਸੀਂ ਕੋਈ ਫਾਰਮ ਨਹੀਂ ਸੀ ਭਰਾਏ ਵੀ ਫਾਰਮ ਭਰੋ ਫਿਰ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕਰਾਂਗੇ। ਇੱਕ ਵਾਰੀ 5 ਸਾਲ ਦਾ ਹੁਕਮ ਕਰਤਾ ਕਿ ਜੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਨੇ ਟਿਊਬਲ ਤਾਂ ਹੋਣਗੇ, ਕਿਸੇ ਨੂੰ ਫਾਰਮ ਭਰਨ ਦੀ ਲੋੜ ਨਹੀਂ ਸੀ, ਕੋਈ ਡਰਾਮੇ ਨਹੀਂ ਕੀਤੇ ਹੈਗੇ। ਤੇ ਇਹੀ ਕਾਂਗਰਸ ਜਦੋਂ ਪਿਛਲੀ ਵਾਰ ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਨਾਲ ਜਿਹੜਾ ਬਿਜਲੀ ਦੇ ਬਿੱਲ ਆਏ ਸੀ, ਇਹ ਤੁਹਾਡੇ ਸਾਹਮਣੇ ਆਨ ਰਿਕਾਰਡ ਆ। ਟਰੈਕਟਰ ਜਿਹਦੇ ਉੱਤੇ ਅੱਜ ਸਾਡਾ ਨੌਜਵਾਨ ਵੀਰ ਬੜੀ ਮਾਣ ਨਾਲ ਚੜ੍ਹਦਾ ਉੱਤੇ, ਉਹਦੇ ਉੱਤੇ ਟੈਕਸ ਹੁੰਦਾ ਸੀ ਪਹਿਲਾਂ। ਜਦੋਂ ਆਪਾਂ ਗੱਡੀ ਲੈਂਦੇ ਆ ਨਾ, ਗੱਡੀ ਦਾ ਟੈਕਸ ਦੇਖੋ ਕਿੰਨਾ। ਅਸੀਂ ਜੋ ਬਾਦਲ ਸਾਹਿਬ ਨੇ ਫੈਸਲਾ ਕੀਤਾ ਕਿ ਜੋ ਟਰੈਕਟਰ ਹੈ ਉਹ ਜ਼ਿਮੀਂਦਾਰ ਦਾ ਗੱਡਾ ਉਹ ਤੋਂ ਟੈਕਸ ਮਾਫ ਕੀਤਾ। ਇਹ ਕਿਹਨੇ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦੀ ਜੋ ਹਾਲਤ ਹੈ ਉਹ ਇਸ ਤਰੀਕੇ ਦਾ ਨਹੀਂ ਕਿ ਉਹ ਇੰਨਾ ਖਰਚ ਕਰ ਸਕਣ। ਇੰਨਾ ਉਹ ਜੋ 12,000 ਕਰੋੜ ਰੁਪਇਆ ਜਿਹੜਾ ਬਿਜਲੀ ਦਾ ਬਿੱਲ ਜੋ ਟਿਊਬਲਾਂ ਦਾ ਕਿਸਾਨਾਂ ਦਾ ਦੇਣਾ ਸੀ ਉਹ ਸਰਕਾਰ ਦਿੰਦੀ ਹੈ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਸ਼ੁਰੂ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਕਾਂਗਰਸ ਹੈ, ਹੁਣ ਮੈਂ ਕਾਂਗਰਸ ਦੀ ਗੱਲ ਕਰਦਾ। ਕਾਂਗਰਸ ਪਾਰਟੀ ਜਿਹੜਾ ਐਕਟ ਬਣਿਆ, ਐਕਟ ਜਦੋਂ ਬਣਿਆ ਅੱਜ ਤੋਂ 2 ਸਾਲ ਪਹਿਲਾਂ ਗੱਲ ਸ਼ੁਰੂ ਹੋ ਗਈ ਸੀ ਇਸ ਐਕਟ ਦੀ। ਤੇ ਇਸ ਐਕਟ ਬਣਾਉਣ ਦੀ ਜਿਹੜੀ ਕਮੇਟੀ ਬਣੀ ਸੀ, ਧਿਆਨ ਨਾਲ ਸੁਣਨ ਵਾਲੀ ਗੱਲ, ਇਹ ਕਮੇਟੀ ਦੇ ਜੋ ਮੈਂਬਰ ਸੀ, ਇਸ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਸੀਗੇ। ਜਦੋਂ ਬਿੱਲ ਬਣਨਾ ਸੀ, ਕੇਜਰੀਵਾਲ ਸੀ ਮੁੱਖ ਮੰਤਰੀ, ਇਸ ਕਮੇਟੀ ਦੇ ਮੈਂਬਰ ਸੀਗੇ। ਤੇ ਬੰਬੇ ਦੇ ਵਿੱਚ, ਮੁੰਬਈ ਦੇ ਵਿੱਚ ਮੀਟਿੰਗ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਇਹਨੂੰ ਮਨਪ੍ਰੀਤ ਬਾਦਲ ਨੂੰ ਉੱਥੇ ਭੇਜਦੇ ਤੇ ਉੱਥੇ ਸਾਈਨ ਕਰਕੇ ਆਉਂਦਾ ਕਿ ਇਹ ਐਕਟ ਬਣਨਾ ਚਾਹੀਦਾ। ਇਹ ਔਨ ਰਿਕਾਰਡ ਆ, ਤੁਸੀਂ ਦੇਖ ਸਕਦੇ ਹੋ। ਉਦੋਂ ਇਸੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਇਹ ਐਕਟ ਲਾਗੂ ਵੀ ਕਰਤਾ। ਪੰਜਾਬ ਦੇ ਵਿੱਚ ਇਸ ਕਾਂਗਰਸ ਪਾਰਟੀ ਨੇ ਇਹ ਐਕਟ ਲਾਗੂ ਕੀਤਾ ਹੋਇਆ। ਇਹ ਵੀ ਤੁਸੀਂ ਔਨ ਰਿਕਾਰਡ ਵਿੱਚ ਕਹਿ ਸਕਦੇ। ਦੂਜੀ ਗੱਲ, ਇੱਕ ਗੱਲ ਹੋਰ ਬਹੁਤ ਧਿਆਨ ਨਾਲ ਦੇਖਣ ਵਾਲੀ ਹੈ। ਆਹ ਹੈਗਾ ਜੀ ਕਾਂਗਰਸ ਦਾ ਮੈਨੀਫੈਸਟੋ 2019 ਦਾ, ਜਦੋਂ ਇਸ ਵਾਰ ਫਿਰ ਬੀਜੇਪੀ ਦੀ ਸਰਕਾਰ ਬਣੀ ਹੈ। 2019 ਦਾ ਮੈਨੀਫੈਸਟੋ, ਰਾਹੁਲ ਗਾਂਧੀ ਦੀ ਫੋਟੋ ਬਣੀ ਹੋਈ ਹੈ। ਲੋਕ ਸਭਾ ਇਲੈਕਸ਼ਨ, ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਇਹਦੇ ਚ ਇਹਨਾਂ ਦੇ ਪ੍ਰੋਵੀਜ਼ਨ ਸੀ, ਕੀ ਇਹਨਾਂ ਨੇ ਕਰਨਾ ਸੀ, ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ। ਜੋ ਅੱਜ ਐਕਟ ਬਣਿਆ, ਜੋ ਅੱਜ ਬੀਜੇਪੀ ਨੇ ਐਕਟ ਬਣਿਆ, ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਗੱਲ ਕਹੀ ਸੀ। ਕੀ ਗੱਲ ਕਹੀ ਸੀ? ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਬੀਜੇਪੀ ਨੇ ਇਹ ਰੱਦ ਕੀਤਾ। ਇਸ ਐਕਟ ਦੇ ਵਿੱਚ ਕਾਂਗਰਸ ਕੀ ਕਹਿੰਦੇ ਹੈ? ਦਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 belongs to the age of controls. Congress promised to replace the act by a enabling law that can be invoked only in the case of emergency. Congress ਕੀ ਕਹਿੰਦੀ ਕਿ essential commodities act ਅਸੀਂ ਜਦੋਂ ਸਾਡੀ ਸਰਕਾਰ ਆਊਗੀ ਅਸੀਂ essential commodities act ਰੱਦ ਕਰਾਂਗੇ, ਜੋ ਅੱਜ ਇਸ ਐਕਟ ਦੇ ਵਿੱਚ ਬੀਜੇਪੀ ਨੇ ਕੀਤਾ। ਇਹ ਆਪਣੇ ਮੈਨੀਫੈਸਟੋ ਵਿੱਚ ਕਿਹਾ ਕਾਂਗਰਸ ਨੇ। ਆ ਤੁਸੀਂ ਰਾਹੁਲ ਗਾਂਧੀ ਦਾ ਚਿਹਰਾ ਤੁਸੀਂ ਦੇਖ ਲਿਆ ਕਿ ਕਿਵੇਂ ਭੱਜ ਜਾਣਗੇ, ਕਿੱਥੋਂ ਭੱਜਣਗੇ। ਆਪਣੇ ਮੈਨੀਫੈਸਟੋ ਵਿੱਚ ਇਹ ਕਹਿ ਚੁੱਕੇ ਨੇ, ਇੱਥੇ ਨਹੀਂ ਰੁਕੇ ਨੇ। ਉਹ ਤੋਂ ਬਾਅਦ 11 ਨੰਬਰ ਪੁਆਇੰਟ, ਕਾਂਗਰਸ will repeal the Agriculture Produce Market Act and make trade in agriculture produce including exports and interstate trade free from all restrictions। ਇਹਦਾ ਮਤਲਬ ਕੀ ਹੈ? ਜੋ ਇਹਨਾਂ ਨੇ ਕਿਹਾ ਕਿ ਜਿਹੜਾ ਐਗਰੀਕਲਚਰ ਪ੍ਰੋਡਿਊਸ ਜਿਹੜਾ ਹੈਗੀ ਹੈ ਉਹਨੂੰ ਤੁਸੀਂ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵੇਚ ਸਕਦਾ, ਜੋ ਇਸ ਐਕਟ ਦੇ ਵਿੱਚ ਬੀਜੇਪੀ ਨੇ ਕੀਤਾ। ਤੇ ਤੁਸੀਂ ਜਿੰਨਾ ਮਰਜ਼ੀ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ, ਜੋ ਮਰਜ਼ੀ ਇੱਥੇ ਆ ਕੇ ਖਰੀਦ ਸਕਦਾ, ਪ੍ਰਾਈਵੇਟ ਵੇਅਰ ਵੀ ਆ ਕੇ ਖਰੀਦ ਸਕਦਾ। ਜੋ ਬੀਜੇਪੀ ਨੇ ਇਸ ਐਕਟ 'ਚ ਕੀਤਾ, ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਆਲਰੇਡੀ 2019 ਦੇ ਵਿੱਚ ਮੈਂਸ਼ਨਡ ਨੇ। ਇਹ ਕਿਵੇਂ ਭੱਜ ਜਾਣਗੇ ਕਾਂਗਰਸੀ? ਕਿੱਥੋਂ ਭੱਜਣਗੇ? ਇਹ ਤਾਂ ਆਨ ਰਿਕਾਰਡ ਹੈ, ਜਿਹੜਾ ਮਰਜ਼ੀ ਬੰਦਾ ਕਰ ਸਕਦਾ। ਕਾਂਗਰਸ ਹਮੇਸ਼ਾ ਹੀ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਦੀ ਆਈ ਹੈ। ਹੋਇਆ ਕੀ ਹੈ? ਮੈਂ ਕਾਂਗਰਸ ਵਾਲਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਇਹ ਗਰਾਊਂਡ ਲੂਜ਼ ਕਰ ਚੁੱਕੇ ਨੇ।
ਇਹਨਾਂ ਦਾ ਕੋਸ਼ਿਸ਼ ਕੀ ਹੈ, ਗੱਲ ਧਿਆਨ ਨਾਲ ਸੁਣਨ ਵਾਲੀ ਕੋਸ਼ਿਸ਼ ਇਹਨਾਂ ਦੀ ਕੀ ਹੋਈ ਹੈ ਕਿ ਲੋਕਾਂ ਦਾ ਧਿਆਨ ਇਕੱਲਾ ਕਿਸਾਨੀ ਮੁੱਦੇ ਤੇ ਲਿਜਾ ਕੇ ਅਸੀਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹਨਾਂ ਵੱਲ ਲੋਕਾਂ ਦਾ ਧਿਆਨ ਨਾ ਜਾਣ ਦਈਏ। ਅੱਜ ਮੈਂ ਇਹਨਾਂ ਨੂੰ ਚੈਲੰਜ ਕਰਦਾ ਕਾਂਗਰਸੀਆਂ ਨੂੰ ਵੀ ਜਦੋਂ ਤੁਸੀਂ ਵਿਰੋਧ ਕਰਦੇ ਹੋ ਤੁਸੀਂ ਉਹ ਆਪਣਾ ਕਾਂਗਰਸ ਦਾ ਝੰਡਾ ਫੜ ਕੇ ਵਿਰੋਧ ਕਰੋ ਨਾ। ਆਹ ਤੁਸੀਂ ਖੜੇ ਤਾਂ ਸਾਰੇ ਕਾਂਗਰਸੀ ਹੋ, ਹੱਥ 'ਚ ਕਾਂਗਰਸ ਦਾ ਝੰਡਾ ਕਿਉਂ ਨਹੀਂ ਫੜਿਆ? ਸ਼ਰਮ ਆਉਂਦੀ ਹੈ ਉਹਨੂੰ ਕਾਂਗਰਸ ਦਾ ਝੰਡਾ ਫੜਦੇ ਨੂੰ। ਕਿਉਂ ਸ਼ਰਮ ਆਉਂਦੀ ਹੈ? ਕਿਉਂਕਿ ਡਿਲੀਵਰੀ ਕੁਛ ਨਹੀਂ ਕੀਤਾ। ਜਿਹੜੇ ਪ੍ਰੋਮਿਸ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਕੀਤੇ ਸੀ ਇੱਕ ਵੀ ਇਹਨਾਂ ਨੇ ਆਪਣਾ ਪੂਰਾ ਨਹੀਂ ਕੀਤਾ। ਜੋ ਵੀ ਇਹਨਾਂ ਨੇ ਕਿਹਾ, ਅੱਜ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਲੋਕਾਂ ਦਾ ਜੋ ਕਰਜ਼ਾ ਮਾਫ ਕਰਾਂਗੇ, ਕਰਤਾ ਮਾਫ। ਜੋ ਪ੍ਰਾਈਵੇਟ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ ਜਦੋਂ ਕੋਈ ਕੰਮ ਹੀ ਨਹੀਂ ਕੀਤਾ ਤਾਂ ਝੰਡਾ ਫੜਦੇ ਸ਼ਰਮ ਆਉਂਦੀ ਹੈ। ਇਸ ਕਰਕੇ ਕਿਸਾਨੀ ਦੇ ਝੰਡੇ ਦੇ ਆੜ ਦੇ ਵਿੱਚ ਇਹ ਚੀਜ਼ ਕਰ ਰਹੇ ਆ। ਦੂਜੀ ਗੱਲ, ਹੁਣ ਆ ਗਈ ਆਪਾਂ ਆਮ ਆਦਮੀ ਪਾਰਟੀ ਤੇ। ਆਮ ਆਦਮੀ ਪਾਰਟੀ ਵਾਲੇ ਕੀ ਕਰ ਰਹੇ ਨੇ? ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ, ਮੇਰੇ ਫਾਦਰ ਸਾਹਿਬ ਨੇ ਪਹਿਲਾਂ ਦੱਸਿਆ ਇਹਨਾਂ ਨੂੰ ਸਾਡਾ ਪਰਾਲੀਆਂ ਦਾ ਧੂਆਂ ਚੁੱਕਦਾ। ਉਹ ਕਹਿੰਦੇ ਜੀ ਪਰਾਲੀ ਜਿਹੜੀ ਤੁਸੀਂ ਕਰਦੇ ਹੋ ਸਾਡੇ ਇੱਥੇ ਧੂਆਂ ਹੁੰਦਾ। ਉਸੇ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਕਿ ਸਾਡੇ ਥਰਮਲ ਪਲਾਂਟ ਦਾ ਧੂਆਂ ਉੱਥੇ ਪਹੁੰਚਦਾ। ਪਾਣੀ ਦੀ ਗੱਲ ਕਰਦੇ ਆ ਤਾਂ ਇਹ ਗੱਲ ਕਹਿੰਦੇ ਨੇ ਕਿ ਪਾਣੀ ਤਾਂ ਸਾਰਿਆਂ ਦਾ ਹੱਕ ਹੈ ਜੀ। ਪਾਣੀ ਦਾ ਹੱਕ ਦਿੱਲੀ ਦਾ ਵੀ ਉਨਾ ਹੀ ਹੈ, ਰਾਜਸਥਾਨ ਦਾ ਵੀ ਉਨਾ ਹੀ ਹੈ, ਹਰਿਆਣਾ ਦਾ ਵੀ ਉਨਾ ਹੀ ਹੈ। ਜੇ ਕਿ ਕਹਿੰਦਾ ਵੀ ਸਰਕਾਰ ਹੈ ਤਾਂ SYL ਨਾਲ ਦੀ ਨਾਲ ਬਣਾ ਦੇਣ। ਤੇ ਦਿੱਲੀ ਦੇ ਵਿੱਚ ਵੀ ਇਹ ਐਕਟ ਲਾਗੂ ਕਰ ਚੁੱਕਿਆ ਕੇਜਰੀਵਾਲ ਦਿੱਲੀ ਦੇ ਵਿੱਚ ਐਕਟ ਲਾਗੂ ਕਰ ਚੁੱਕਿਆ। ਸੋ ਮੈਂ ਜਿਹੜੀ ਗੱਲ ਕਹਿੰਦਾ, ਜਿਹੜੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਗੱਲ ਪੰਜਾਬ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪੰਜਾਬ ਦੀ ਕਿਹੜੇ ਮੁੱਦਿਆਂ ਤੇ, ਇਹ ਵੀ ਗੱਲ ਤੇ ਗੌਰ ਕਰਿਓ, ਕਿਹੜੇ ਮੁੱਦਿਆਂ ਤੇ ਸ਼ੁਰੂ ਕੀਤੀ ਹੋਈ ਹੈ। ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕ 65% ਲੋਕ ਐਗਰੀਕਲਚਰ ਤੇ ਬੇਸਡ ਨੇ। ਖੇਤੀਬਾੜੀ ਕਿਸਾਨੀ ਨਾਲ ਡਿਪੈਂਡੈਂਟ ਨੇ, ਜਾਂ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜੇ ਹੋਏ ਨੇ। ਜਦੋਂ ਕਾਂਗਰਸ ਪਾਰਟੀ ਵਾਲਿਆਂ ਨੇ ਜੋ ਫਾਰਮ ਭਰੇ ਸੀ ਕਿਸਾਨਾਂ ਦੇ ਘਰਾਂ 'ਚ ਜਾ ਕੇ ਕਿ ਤੁਹਾਡੇ ਮੁੰਡਿਆਂ ਨੂੰ ਅਸੀਂ ਨੌਕਰੀਆਂ ਦੇਵਾਂਗੇ, ਕਿਸੇ ਨੂੰ ਤਹਿਸੀਲਦਾਰ ਬਣਾਵਾਂਗੇ, ਕਿਸੇ ਨੂੰ ਅਸੀਂ DSP ਬਣਾਵਾਂਗੇ, ਕੀ ਉਹ ਕਿਸਾਨਾਂ ਦਾ ਮੁੱਦਾ ਨਹੀਂ? ਕੀ ਉਹ ਕਿਸਾਨਾਂ ਦੇ ਫਾਰਮ ਨਹੀਂ ਭਰੇ ਸੀ? ਕੀ ਕਿਸਾਨਾਂ ਨੇ ਨਹੀਂ ਕਿਹਾ ਵੀ ਤੁਹਾਡੇ ਬੈਂਕਾਂ ਦੇ ਕਰਜ਼ੇ ਮਾਫ ਕਰਾਂਗੇ, ਚਾਹੇ ਸਰਕਾਰੀ ਚਾਹੇ ਪ੍ਰਾਈਵੇਟ? ਕੀ ਉਹਨਾਂ ਨੂੰ ਇਹ ਗੱਲ ਨਹੀਂ ਕਹੀ ਕਿ ਤੁਹਾਨੂੰ ਅਨਐਮਪਲੋਇਮੈਂਟ ਬੈਨੀਫਿਟ ਦੇਵਾਂਗੇ, 2500 ਰੁਪਏ ਭੱਤਾ ਦੇਵਾਂਗੇ? ਕੀ ਉਹਨਾਂ ਨੂੰ ਜੋ ਮਜ਼ਦੂਰ ਦੀ ਗੱਲ ਕਰਦੇ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਆਪਾਂ ਨਾਅਰਾ ਲਾਉਂਦੇ, ਕੀ ਮਜ਼ਦੂਰਾਂ ਨੂੰ ਇਹ ਨਹੀਂ ਕਿਹਾ ਕਿ ਤੁਹਾਨੂੰ ਅਸੀਂ ਜੋ 52,000 ਜੋ ਸ਼ਗਨ ਸਕੀਮ ਦੇਵਾਂਗੇ? ਕੀ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਹਾਨੂੰ ਪੈਨਸ਼ਨ 2500 ਕਰਾਂਗੇ? ਜਦੋਂ ਕੁਝ ਡਿਲੀਵਰੀ ਨਹੀਂ ਕੀਤਾ, ਜਦੋਂ ਕੋਈ ਕੰਮ ਹੀ ਨਹੀਂ ਕੀਤਾ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਥੇ ਕਿਸਾਨੀ ਮੁੱਦੇ ਦੀ ਗੱਲ ਕਰਦੇ ਨੇ ਲੋਕਾਂ 'ਚ ਜਾ ਕੇ, ਉੱਥੇ ਨਾਲ ਉਹਨਾਂ ਦਾ ਫਰਜ਼ ਬਣਦਾ ਕਿ ਜਿਹੜੀ ਕਿਸਾਨੀ ਸਾਡੀ, ਜਿਹੜੇ ਫੇਕ ਪ੍ਰੋਮਿਸਿਸ, ਜਿਹੜੇ ਫਾਰਮ ਭਰ ਕਰਕੇ ਕਿਸਾਨ ਤੇ ਨਾਲ ਆਮ ਲੋਕ ਲੁੱਟੇ ਗਏ ਨੇ, ਉਹਨਾਂ ਦਾ ਮੁੱਦਾ ਚੱਕਣਾ ਉਹਨਾਂ ਦਾ ਫਰਜ਼ ਹੈ। ਉਹਦਾ ਫਰਜ਼ ਨਿਭਾ ਰਹੇ ਨੇ, ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ। ਇਹ ਜਾਣ ਕੇ ਬੇਰੁਪਈਆਂ ਦੇ ਰੂਪ ਦੇ ਵਿੱਚ ਆਉਂਦਾ। ਦੂਜੀ ਗੱਲ, ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ, ਸਾਡੇ ਹਲਕੇ 'ਚ ਕਿਸਾਨ ਜਥੇਬੰਦੀ ਲੀਡਰਸ਼ਿਪ ਆ, ਉਹ ਤਾਂ ਕਦੇ ਨਹੀਂ ਸਾਨੂੰ ਉਹਨੇ ਕਿਹਾ ਕਿ ਸਾਨੂੰ ਇੱਥੇ ਅਸੀਂ ਆ ਰਹੇ। ਮੈਂ ਕਹਿੰਦਾ ਸਾਨੂੰ ਕਹਿਣ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਜਿਹੜੇ ਕਿ ਪਤਾ ਵੀ ਇਹ ਫਲਾਣੀ ਕਿਸੇ ਜਥੇਬੰਦੀ ਨਾਲ ਜੁੜੇ ਹੋਏ, ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ। ਉਹਨਾਂ ਨੇ ਤਾਂ ਕਿਸੇ ਨੇ ਆਪਣੇ ਚਿਹਰੇ ਪੂਰੇ ਲਾ ਕੇ ਕਿ ਉਹਨਾਂ ਨੇ ਕਿਸਾਨੀ ਝੰਡੇ ਕੀਤਾ। ਆਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਹਰ ਥਾਂ ਤੇ ਮਾਹੌਲ ਖਰਾਬ ਕਰ ਰਿਹਾ। ਸੋ ਅੱਜ ਦਾ ਜਿਹੜਾ ਤੁਹਾਡਾ ਮੇਨ ਮੰਤਵ ਹੈ ਸਾਡਾ ਤੁਹਾਨੂੰ ਇੱਥੇ ਦੱਸਣ ਦਾ ਕਿ ਸਾਰਾ ਕਿਸਾਨੀ ਜੋ ਮੁੱਦਾ ਇਹਨਾਂ ਦਾ ਨੁਕਸਾਨ ਕਰਨਾ ਚਾਹੁੰਦੇ ਨੇ, ਨਾ ਇਹਨਾਂ ਦਾ ਕੋਈ ਮਕਸਦ ਹੈ ਕਿ ਕਿਸਾਨੀ ਮੁੱਦਾ ਕਾਮਯਾਬ ਹੋਵੇ। ਇਹ ਉੱਤੋਂ ਬੀਜੇਪੀ ਦੇ ਇਸ਼ਾਰੇ ਤੇ ਸਭ ਗੇਮ ਬਣਾਈ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਦਿਓ, ਗਵਰਨਰ ਵਾਲੇ ਪਾਸੇ ਲੈ ਜਾਓ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਇਹ ਚਾਹੁੰਦੇ ਨੇ ਕਿ ਲੋਕਾਂ ਦਾ ਧਿਆਨ, ਜਿਹੜੇ ਇਹਨਾਂ ਨੇ ਗੁਟਕਾ ਸਾਹਿਬ ਹੱਥ ਫੜ ਕੇ ਸੌਂ ਖਾਧੀ, ਉਧਰਲੇ ਪਾਸੇ ਧਿਆਨ ਨਾ ਜਾਵੇ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਅੱਜ ਅਸੀਂ ਤੁਹਾਡੇ ਅੱਗੇ ਅੱਜ ਪਰਦਾਫਾਸ਼ ਕੀਤਾ, ਤੁਸੀਂ ਲੋਕਾਂ ਤੱਕ ਜ਼ਰੂਰ ਪਹੁੰਚਾਓ। ਇਹ ਸਾਡੀ ਤੁਹਾਡੇ ਅੱਗੇ ਬੇਨਤੀ। ਢਿੱਲੋਂ ਸਾਹਿਬ, ਤੁਹਾਡੇ ਵੱਲੋਂ ਪਰਦਾਫਾਸ਼ ਕੀਤਾ ਗਿਆ ਤੇ ਉਸ ਦਿਨ ਸੁਖਬੀਰ ਜੀ ਨੂੰ ਵੀ ਇਹ ਸਵਾਲ ਬਣਦਾ ਸੀ, ਤੁਹਾਨੂੰ ਕਰ ਲੈਂਦੇ ਆ ਕਿ ਜਦੋਂ ਤੁਹਾਨੂੰ ਪਤਾ ਵੀ ਇਹ ਲੋਕ ਨੇ, ਪਹਿਲਾਂ ਵੀ ਪਤਾ ਲੱਗ ਗਿਆ ਸੀ, ਫਿਰ ਉਹਨਾਂ ਦੇ ਉੱਤੇ ਕੋਈ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ? ਦੇਖੋ, ਹੁਣ ਸਾਨੂੰ ਤਾਂ ਕਹੀ ਜਾਂਦੇ ਵੀ ਅਸੀਂ ਕਰਾਂਗੇ ਜੀ। ਮੈਂ ਇੱਥੋਂ ਤੱਕ ਵੀ ਕਹਿਣਾ, ਮੈਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਇਹ ਵੀ ਗੱਲ ਕਹੀ ਸੀ ਕਿ ਜਿੱਥੇ ਵੀ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ ਦੱਸੀ ਜਗ੍ਹਾ ਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਲੈ ਆਉਣਾ ਜੀ, ਤੁਸੀਂ ਅੰਦਰ ਬੈਠ ਕੇ ਸਵਾਲ ਜਵਾਬ ਕਰ। ਕਿਸਾਨ ਜਥੇਬੰਦੀ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਇਹ ਸ਼ਰਾਰਤੀ ਤੋਂ ਮੈਂ ਇਹਨਾਂ ਨੂੰ ਵੀ ਕਹੀ ਸੀ ਜੀ, ਲੇਕਿਨ ਇਹ ਬਿਲਕੁਲ ਇਹ ਜਵਾਬ ਦੇ ਕੇ ਕਿ ਅਸੀਂ ਬੈਠ ਕੇ ਗੱਲ ਕੋਈ ਨਹੀਂ ਕਰਨੀ ਜੀ। ਬੈਠ ਕੇ ਗੱਲ ਕੀ ਕਰਤਾ ਵਿੱਚੋਂ ਇਹ ਵੀ ਕਾਂਗਰਸ ਫੇਰ ਕਰਨਾ ਜੀ। ਇਹਨਾਂ ਦਾ ਮਕਸਦ ਇਹ ਸੀ ਗੱਲ ਕਰਨਾ, ਕੋਈ ਮਕਸਦ ਨਹੀਂ ਸੀ।
ਗੱਲ ਕਰਨ ਨੂੰ ਤਾਂ ਕਿਸਾਨ ਜਥੇਬੰਦੀ ਦੇ ਲੀਡਰ ਬੈਠੇ ਨੇ, ਉਹ ਜਿੱਥੇ ਸਾਨੂੰ ਕਹਿਣ ਅਸੀਂ ਨੰਗੇ ਪੈਰੇ ਜਾਣ ਨੂੰ ਤਿਆਰ ਹਾਂ। ਜੀ ਜੀ ਸਾਡੀਆਂ ਉਹਨਾਂ ਗੱਲਾਂ ਹਮੇਸ਼ਾ ਹੁੰਦੀਆਂ ਨੇ, ਅਸੀਂ ਹਰੇਕ ਹੁਕਮ ਮੰਨਿਆ ਤੇ ਗਾਹਾਂ ਨੂੰ ਵੀ ਮੰਨਾਂਗੇ। ਲੇਕਿਨ ਜਿਹੜੇ ਇਹ ਲੋਕ ਨੇ, ਇਹ ਕਿਸਾਨ ਜਥੇਬੰਦੀਆਂ ਨਾਲ ਕੋਈ ਤਾਲੁਕ ਨਹੀਂ, ਇਹ ਤਾਂ ਆਪਣੀਆਂ ਦੁਕਾਨਾਂ ਚਲਾਉਂਦੇ। ਅੱਛਾ ਸਿਮਰਨ ਜੀ, ਜਿਹੜਾ ਸੀ ਵੋਟਰ ਦਾ ਬੜਾ ਰੌਲਾ ਪਿਆ ਹੋਇਆ ਹੁਣ, ਪੰਜਾਬ ਦਾ ਮੁੱਖ ਮੰਤਰੀ ਸਭ ਤੋਂ ਪਸੰਦੀਦਾ ਕੇਜਰੀਵਾਲ ਦਿਖਾਇਆ ਜਾ ਰਿਹਾ, ਪੰਜਾਬ ਦੇ ਲੋਕ ਐਕਸੈਪਟ ਕਰ ਲੈਣਗੇ? ਇਹ ਨਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ, ਇੱਕ ਕੁਮਾਰ ਵਿਸ਼ਵਾਸ ਦੀ ਵੀਡੀਓ ਆਈ ਸੀ ਪਹਿਲਾਂ, ਜੀ ਜਿਹਦੇ ਵਿੱਚ ਉਹ ਐਕਸਪੋਜ਼ ਕਰ ਰਿਹਾ ਕੇਜਰੀਵਾਲ ਨੂੰ ਵੀ ਕੇਜਰੀਵਾਲ ਦੀ ਪਿਛਲੀ ਵਾਰ ਵੀ ਚਾਲ ਸੀਗੀ ਵੀ ਕੋਈ ਇਹੋ ਜਿਹਾ ਡਮੀ ਮੈਂ ਬੰਦਾ ਮੂਹਰੇ ਕਰ ਦੇਵਾਂ ਵੀ ਉਹਦੇ ਤੇ ਕਿਸੇ ਦੀ ਸਹਿਮਤੀ ਨਹੀਂ ਹੋਣੀ ਤੇ ਐਂਡ ਦੇ ਵਿੱਚ ਮੈਂ ਸੀਐਮ ਬਣ ਜਾਵਾਂ। ਪਿਛਲੀ ਵਾਰ ਵੀ ਇਹਨੇ ਕੋਸ਼ਿਸ਼ ਕੀਤੀ ਸੀਗੀ ਜੀ। ਤੇ ਜੋ ਕੇਜਰੀਵਾਲ ਆ, ਇਹਨੂੰ ਇਹ ਠੱਗ ਬੰਦਾ, ਇਹਨੂੰ ਕਿਸੇ ਨੇ ਐਕਸੈਪਟ ਨਹੀਂ ਕਰਨਾ। ਇਹ ਤਾਂ ਬਿਲਕੁਲ ਹੀ ਆਪਦੇ ਦਿਮਾਗ ਤੋਂ ਕੱਢ ਦੇਵੇਗਾ ਵੀ ਕੋਈ ਇਹਨੂੰ ਪੰਜਾਬ ਦੇ ਵਿੱਚ ਐਕਸੈਪਟ। ਸੀ ਵੋਟਰ ਸਰਵੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਦੇਖੋ, ਸੀ ਵੋਟਰ ਸਰਵੇ ਜਿਹੜਾ ਪਿਛਲੀ ਵਾਰ ਜਿਹੜਾ ਇਹਨਾਂ ਨੇ ਲਾਇਆ ਸੀ ਕੱਲੇ ਕੱਲੇ ਚਰਾਏ ਦੇ ਵਿੱਚ, ਉਦੋਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਸਾਡੀਆਂ 100 ਸੀਟਾਂ ਹੋਣਗੀਆਂ। ਕਿੰਨੀਆਂ ਆਈਆਂ? 20 ਸੀਟਾਂ। 100 ਸੀਟਾਂ ਦਾ ਰੌਲਾ ਪਾ ਕੇ ਲੋਕਾਂ ਨੂੰ ਲੱਗਿਆ ਯਾਰ ਜੇ 100 ਇਹ ਕਹਿ ਰਹੇ ਨੇ, ਇਹਦਾ ਮਤਲਬ ਤਾਂ 70 ਤਾਂ ਇਹ ਲਈ ਜਾਣਗੇ, 20 ਤੇ ਆ ਕੇ ਖੜ ਗਏ। ਸੋ ਇਹ ਜਿਹੜੇ ਸਰਵੇ ਜਿਹੜੇ ਕਰ ਰਹੇ ਨੇ ਜਾਂ ਜੋ ਵੀ ਇਹ ਫੇਕ ਜੋ ਚੀਜ਼ਾਂ ਕਰ ਰਹੇ ਨੇ, ਇਹ ਲੋਕਾਂ ਦੇ ਸਾਹਮਣੇ ਆ ਜਾਣੇ। ਜਿਹੜੀ ਪਾਰਟੀ ਗਰਾਊਂਡ ਤੇ ਆ, ਲੋਕਾਂ ਨੇ ਵੋਟ ਉਹਨੂੰ ਹੀ ਪਾਉਣਾ। ਪਰ ਪੰਜਾਬ ਦੀ ਗੱਲ ਕਰੀ ਤਾਂ ਸੁਖਬੀਰ ਜੀ ਨੂੰ ਤਾਂ ਉੱਪਰ ਹੀ ਰੱਖਿਆ ਹੋਇਆ ਮੁੱਖ ਮੰਤਰੀ ਦਾ ਚਿਹਰਾ। ਇਹ ਤੁਹਾਡੇ ਸਾਹਮਣੇ ਆ ਜਾਣੀਆਂ ਗੱਲਾਂ, ਜੋ ਵੀ ਆ। ਜੇ ਲੀਡਰ ਹੋਇਆ ਜਿਹੜਾ ਲੋਕਾਂ ਦੇ ਵਿੱਚ ਆ, ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਸਰਕਾਰ ਸੀ ਉਦੋਂ ਵੀ ਲੋਕਾਂ ਦੇ ਵਿੱਚ ਰਹੇ ਤੇ ਅੱਜ ਆਪੋਜੀਸ਼ਨ ਦੇ ਵਿੱਚ ਨੇ ਤਾਂ ਵੀ ਲੋਕਾਂ ਦੇ ਵਿੱਚ ਆ। ਲੋਕਾਂ ਨੂੰ ਤਾਂ ਉਹ ਲੀਡਰ ਚਾਹੀਦਾ ਜਿਹੜਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਖੜੇ, ਜਿਹੜਾ ਆਪਣੇ ਵਰਕਰ ਦੇ ਨਾਲ ਵੀ ਖੜੇ, ਜਿਹੜਾ ਪੰਜਾਬ ਦੇ ਮੁੱਦੇ ਦੀ ਗੱਲ ਕਰੇ, ਜਿਹਦੀ ਵਿਜ਼ਨ ਹੋਵੇ। ਸੋ ਇਸ ਕਰਕੇ ਆਉਣ ਵਾਲਾ ਮੁੱਖ ਮੰਤਰੀ ਬਣਨਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਚਿਹਰੇ ਪਹਿਚਾਣ ਲੈ ਗਏ ਨੇ, ਕੋਈ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਚਾਰਾਜੋਈ ਹੋਏਗੀ ਕਿ ਨਹੀਂ? ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ, ਅਸੀਂ ਇਸੇ ਚੀਜ਼ ਤੋਂ ਥੋੜੀ ਢਿੱਲ ਕਰ ਜਾਂਦੇ ਵੀ ਚੱਲ ਕਾਹਨੂੰ, ਪਰ ਕਾਨੂੰਨੀ ਕਾਰਵਾਈ ਤਾਂ ਇਹਨਾਂ ਲੋਕਾਂ ਤੇ ਕਰਨੀ ਬਣਦੀ ਆ, ਕਿਉਂਕਿ ਇਹਨਾਂ ਨੇ ਫਰਾਡ ਕੀਤਾ, ਇਹਨਾਂ ਨੇ ਕਿਸਾਨੀ ਮੁੱਦੇ ਨੂੰ ਜੋ ਮਿਸਯੂਜ਼ ਕੀਤਾ, ਇਹਨਾਂ ਨੇ ਜੋ ਸਿਕਿਉਰਿਟੀ ਦੇ ਨਾਲ ਇਹਨਾਂ ਨੇ ਗਲਤ ਤਰੀਕੇ ਨਾਲ ਬਿਹੇਵ ਕੀਤਾ, ਲੋਕਾਂ ਨੂੰ ਹੱਥੋਂ ਪਾਈ ਕੀਤੀ ਆ। ਜੋ ਇਹਨਾਂ ਦੇ ਬਣਦੀ ਕਾਰਵਾਈ ਕਾਨੂੰਨ ਇਹਨਾਂ ਤੇ ਕਾਰਵਾਈ ਹੋਊਗੀ।